ਗੁਰਪੂਰਾ ਬੜ ਭਾਗੀ ਪਾਈਐ। ਬਿਲਾਵਲ ਰਾਗ ਦੇ ਅੰਦਰ ਪਾਵਨ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਦਾ ਬਖਸ਼ਿਸ਼ ਕੀਤਾ ਹੋਇਆ। ਇਸ ਪਾਵਨ ਸ਼ਬਦ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਨੇ ਪੂਰੇ ਗੁਰੂ ਦੀ ਵਡਿਆਈ ਕੀਤੀ ਹੈ ਤੇ ਪੂਰੇ ਗੁਰੂ ਦੀ ਪ੍ਰਾਪਤੀ ਵੀ ਵਡਭਾਗੀ, ਜਿਸ ਦੇ ਬੜੇ ਵੱਡੇ ਕਰਮ ਹੋਣ ਉਸ ਨੂੰ ਹੁੰਦੀ ਹੈ। ਇਹ ਪੂਰਾ ਗੁਰੂ ਕੀ ਹੈ, ਇਹਨੂੰ ਆਪਾਂ ਥੋੜ੍ਹਾ ਜਿਹਾ ਅੱਜ ਸਮਝਣ ਦਾ ਯਤਨ ਕਰਨਾ ਹੈ। ਜਿਹੜਾ ਗਿਆਨ ਦੇ ਵਿੱਚ ਪੂਰਾ ਹੋਵੇ ਉਸ ਨੂੰ ਪੂਰਾ ਗੁਰੂ ਆਖਿਆ ਜਾਂਦਾ ਹੈ। ਇੱਕ ਦੋ ਨੁਕਤੇ ਮੈਂ ਆਪ ਜੀ ਦੇ ਅੱਗੇ ਰੱਖਾਂਗਾ ਜਿਨ੍ਹਾਂ ਤੋਂ ਆਪ ਜੀ ਨੂੰ ਬੜੀ ਸਮਝ ਆਉਣ ਦੀ ਉਮੀਦ ਹੈ। ਸਿੱਖ ਧਰਮ ਦੇ ਵਿੱਚ ਵਿਦਵਾਨ ਹੋਏ ਨੇ ਗਿਆਨੀ ਦਿੱਤ ਸਿੰਘ ਜੀ। ਇਹਨਾਂ ਦੇ ਸਮੇਂ ਦੇ ਵਿੱਚ ਸਨਾਤਨ ਧਰਮ ਦੇ ਵੀ ਇੱਕ ਵਿਦਵਾਨ ਸਨ ਜਿਨ੍ਹਾਂ ਦਾ ਨਾਮ ਸੀ ਸਵਾਮੀ ਦਇਆਨੰਦ। ਇਹ ਸਵਾਮੀ ਦਇਆਨੰਦ ਸਨ ਜਿਹੜੇ ਇਹ ਬੜੇ ਵਿਦਵਾਨ ਸਨ, ਪਰ ਗਿਆਨ ਦੇ ਵਿੱਚ ਪੂਰੇ ਨਹੀਂ ਸਨ। ਇਹਨਾਂ ਦਾ ਇੱਕ ਮਕਸਦ ਸੀ, ਜਿੱਥੇ ਵੀ ਜਾਣਾ ਉੱਥੇ ਇਹਨਾਂ ਨੇ ਕਥਾ ਕਰਨੀ ਤੇ ਉਪਰੰਤ ਸਾਰੀ ਸੰਗਤ ਦੇ ਵਿੱਚ ਇਹ ਕਹਿ ਦੇਣਾ ਵੀ ਜੇ ਕੋਈ ਸਾਡੇ ਦੇ ਨਾਲ ਅੱਜ ਦੇ ਇਸ ਵਿਸ਼ੇ ਤੇ, ਜਿਸ ਵਿਸ਼ੇ ਤੇ ਕਥਾ ਹੋਈ ਹੈ, ਜਿਵੇਂ ਅੱਜ ਦਾ ਸ਼ਬਦ ਹੈ, ਇਹਦੇ ਵਿੱਚ ਧੰਨ ਗੁਰੂ ਮਹਾਰਾਜ ਜੀ ਨੇ ਪੂਰੇ ਗੁਰੂ ਦੀ ਵਡਿਆਈ ਕੀਤੀ ਹੈ, ਪੂਰੇ ਗੁਰੂ ਦੀ ਗੱਲ ਕੀਤੀ, ਤੇ ਆਪਾਂ ਸਾਰੀਆਂ ਹੀ ਹੁਣ ਗੱਲਾਂ ਪੂਰੇ ਗੁਰੂ ਦੀਆਂ ਕਰਨੀਆਂ ਨੇ। ਇਸੇ ਤਰ੍ਹਾਂ ਜਦੋਂ ਇਹ ਕਥਾ ਕਰਕੇ ਹਟਦਾ, ਜਿਸ ਵਿਸ਼ੇ ਤੇ ਕਥਾ ਹੁੰਦੀ ਤੇ ਇਹ ਕਹਿ ਦਿੰਦਾ ਭਈ ਜੇ ਕਿਸੇ ਨੇ ਚਰਚਾ ਕਰਨੀ ਹੈ ਤੇ ਉਹ ਮੇਰੇ ਨਾਲ ਚਰਚਾ ਕਰ ਸਕਦਾ ਹੈ। ਫਿਰ ਇਹਦਾ ਚਰਚਾ ਕਰਨ ਦਾ ਜਿਹੜਾ ਸਿਧਾਂਤ ਸੀ ਉਹ ਇਸ ਪ੍ਰਕਾਰ ਸੀ, ਇਹਨੇ ਦੋ ਕੁਰਸੀਆਂ ਲੈ ਲੈਣੀਆਂ ਨੇ। ਇੱਕ ਕੁਰਸੀ ਤੇ ਆਪ ਬੈਠ ਜਾਂਦਾ ਤੇ ਦੂਸਰੀ ਕੁਰਸੀ ਤੇ ਜਿਸ ਨੇ ਇਹਦੇ ਨਾਲ ਚਰਚਾ ਕਰਨੀ ਹੁੰਦੀ ਉਹ ਬੈਠ ਜਾਂਦਾ। ਇਹਨੇ ਕਿਸੇ ਨੂੰ ਜਿੱਤ ਕੇ ਨਹੀਂ ਸੀ ਜਾਣ ਦਿੱਤਾ। ਜਿਹੜਾ ਵੀ ਇਹਦੇ ਸਾਹਮਣੇ ਦੀ ਕੁਰਸੀ ਤੇ ਬੈਠ ਜਾਂਦਾ, ਭਾਵੇਂ ਉਹ ਮੁਸਲਮਾਨ ਧਰਮ ਦੇ ਨਾਲ ਸੰਬੰਧ ਰੱਖਣ ਵਾਲਾ ਕੋਈ ਮੌਲਾਨਾ ਹੁੰਦਾ, ਭਾਵੇਂ ਕੋਈ ਹੋਰ ਹੁੰਦਾ। ਤੇ ਗਿਆਨੀ ਦਿੱਤ ਸਿੰਘ ਜੀ ਨੇ ਇਹਨਾਂ ਨੂੰ 3 ਵਾਰੀ ਹਰਾਇਆ ਸੀ। ਪਰ ਮੈਨੂੰ ਬੜੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਹੈ, ਜਿਹੜਾ SDN ਹੌਸਪੀਟਲ ਇਹਨਾਂ ਸਵਾਮੀ ਦਇਆਨੰਦ ਦੇ ਨਾਂ 'ਤੇ ਹੈ, ਜਿਹੜਾ ਹਾਰਿਆ ਹੋਇਆ ਉਹਦੇ ਨਾਂ 'ਤੇ ਹੌਸਪੀਟਲ ਹੈ, ਉਹਦੀ ਯਾਦ ਵਿੱਚ ਤਾਂ ਹੌਸਪੀਟਲ ਹੈ, ਤੇ ਜਿਹਨੇ ਹਰਾਇਆ ਹੈ ਉਸ ਦਾ ਅਸੀਂ ਨਾਂ ਵੀ ਨਹੀਂ ਜਾਣਦੇ। ਇਹ ਘਾਟ ਕਿੱਥੇ ਹੈ? ਇਹ ਸਾਡੇ ਸਿੱਖ ਧਰਮ ਦੇ ਵਿੱਚ ਘਾਟ ਹੈ। ਅਸੀਂ ਆਪਣਿਆਂ ਨੂੰ ਅੱਗੇ ਨਾ ਲਿਆ ਕੇ ਦੂਜਿਆਂ ਨੂੰ ਅੱਗੇ ਲਿਆਉਣ ਦਾ ਯਤਨ ਕਰਦੇ ਹਾਂ ਤੇ ਦੂਜਿਆਂ ਨੂੰ ਅੱਗੇ ਲਿਆਉਣ ਦੇ ਵਿੱਚ ਹੀ ਆਪਣੀ ਵਡਿਆਈ ਸਮਝਦੇ ਹਾਂ। ਸਾਨੂੰ ਵਿਦਿਆ ਦੇ ਨਾਲ ਕੋਈ ਮਕਸਦ ਨਹੀਂ, ਸਾਨੂੰ ਗੁਰੂ ਦੇ ਗਿਆਨ ਦੇ ਨਾਲ ਕੋਈ ਮਕਸਦ ਨਹੀਂ। ਲੰਗਰ ਲਾ ਲੈਂਦੇ ਹਾਂ, ਦੂਜਿਆਂ ਦਾ ਪੇਟ ਭਰ ਦਿੰਦੇ ਹਾਂ, ਬਸ ਇਸ ਦੇ ਵਿੱਚ ਹੀ ਅਸੀਂ ਵਡਿਆਈ ਸਮਝਦੇ ਹਾਂ, ਜਦੋਂ ਕਿ ਇਹ ਇੱਕ ਅਧੂਰਾਪਨ ਹੈ, ਇਹ ਪੂਰਾਪਨ ਨਹੀਂ। ਇਤਿਹਾਸ ਖੋਲ੍ਹ ਕੇ ਵੇਖੋ, ਗਿਆਨੀ ਦਿੱਤ ਸਿੰਘ ਦਾ ਸ਼ਾਇਦ ਸਾਡੇ ਬੱਚੇ ਜਾਂ ਅਸੀਂ ਨਾ ਹੀ ਨਾ ਜਾਣਦੇ ਹੋਈਏ, ਤੇ ਸਵਾਮੀ ਦਇਆਨੰਦ 'ਤੇ ਕਈ ਇਮਾਰਤਾਂ ਬਣੀਆਂ ਨੇ, ਇੱਕ ਹੌਸਪੀਟਲ ਨਹੀਂ, ਜਿਹੜਾ ਗਿਆਨੀ ਦਿੱਤ ਸਿੰਘ ਤੋਂ 3 ਵਾਰੀ ਹਾਰਿਆ ਸੀ। ਕਿਉਂਕਿ ਗਿਆਨੀ ਦਿੱਤ ਸਿੰਘ ਦਾ ਗੁਰੂ ਸੀ ਜਿਹੜਾ, ਇਹ ਪੂਰਾ ਗੁਰੂ ਸੀ, ਤੇ ਗਿਆਨੀ ਦਿੱਤ ਸਿੰਘ ਗਿਆਨ ਦੇ ਵਿੱਚ ਪੂਰਾ ਸੀ। ਮੈਂ ਕਿਸੇ ਦਿਨ ਫਿਰ ਕੋਸ਼ਿਸ਼ ਕਰਾਂਗਾ, ਜੋ ਇਹਨਾਂ ਦੇ ਆਪੋ ਸਾਹਮਣੇ ਸਵਾਲ ਹੋਏ ਸਨ ਤੇ ਜਿਨ੍ਹਾਂ ਸਵਾਲਾਂ ਦਾ ਉੱਤਰ ਗਿਆਨੀ ਦਿੱਤ ਸਿੰਘ ਜੀ ਨੇ ਤੇ ਦੇ ਦਿੱਤਾ ਸੀ ਤੇ ਸਵਾਮੀ ਦਇਆਨੰਦ ਤੋਂ ਨਹੀਂ ਸੀ ਦਿੱਤਾ ਗਿਆ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰੂ ਜਦੋਂ ਸ੍ਰਿਸ਼ਟੀ ਦੀ ਰਚਨਾ ਕੀਤੀ ਹੋਈ ਦੇ ਵਿੱਚ
ਅਨੇਕ ਪ੍ਰਕਾਰ ਦੇ ਅਪੱਧਰ ਖੜੇ ਹੋ ਗਏ ਤੇ ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਦੂਰ ਕਰਨ ਦੇ ਲਈ ਉਦਾਸੀਆਂ ਧਾਰਨ ਕੀਤੀਆਂ। ਤੇ ਜੋਗੀਆਂ ਨੂੰ ਵੀ ਬੜਾ ਇਸ ਗੱਲ ਦਾ ਦੁੱਖ ਹੋਇਆ ਵੀ ਸਾਡੇ ਹੁੰਦਿਆਂ ਕੋਈ ਹੋਰ ਪ੍ਰਚਾਰਕ ਹੋ ਜਾਵੇ, ਇਹ ਤਾਂ ਠੀਕ ਨਹੀਂ। ਸਾਡੇ ਜੋਗੀ ਪੰਥ ਦੇ ਹੁੰਦਿਆਂ ਕੋਈ ਨਵਾਂ ਪੰਥ ਚੱਲ ਜਾਵੇ ਤੇ ਇਹ ਤਾਂ ਫਿਰ ਠੀਕ ਨਹੀਂ। ਤੇ ਫਿਰ ਹੁਣ ਜਿਹੜੀ ਇਹ ਲੜਾਈ ਹੈ, ਇਹ ਡਾਂਗਾਂ ਦੀ ਲੜਾਈ ਨਹੀਂ ਸੀ, ਇਹ ਗਿਆਨ ਦੀ ਲੜਾਈ ਸੀ। ਤੇ ਗਿਆਨ ਕੇ ਇੱਕ ਦੂਜੇ ਨੂੰ ਹਰਾਇਆ ਜਾਂਦਾ ਸੀ। ਤੇ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਪੂਰੇ ਗੁਰੂ ਸਨ। ਇਹਨਾਂ ਨੂੰ ਸਵਾਲ ਕੀਤਾ ਵੀ ਤੁਹਾਡਾ ਗੁਰੂ ਕੌਣ ਹੈ, ਤੁਹਾਡਾ ਪੰਥ ਕੀ ਹੈ, ਤੁਸੀਂ ਮੰਨਦੇ ਕਿਹਨੂੰ ਹੋ? ਤੇ ਗੁਰੂ ਮਹਾਰਾਜ ਜੀ ਨੇ ਏਕਾ ਦਰਜ ਕਰ ਦਿੱਤਾ, ਇੱਕ। ਫਿਰ ਅੱਗੇ ਸਵਾਲ ਹੋ ਗਿਆ ਵੀ ਇੱਕ ਤੁਸੀਂ ਕਿਹਨੂੰ ਆਖਦੇ ਹੋ? ਇੱਕ ਮੈਂ ਵੀ ਹਾਂ, ਤੁਸੀਂ ਵੀ ਇੱਕ, ਹੋਰ ਵੀ ਅਨੇਕ, ਇਹ ਅਨੇਕਾਂ ਇੱਕ ਨੇ, ਇੱਕ ਤੁਸੀਂ ਕਿਹਨੂੰ ਆਖਦੇ ਹੋ? ਕਿਹੜੇ ਇੱਕ ਦੇ ਲੜ ਲੱਗੇ ਹੋਏ ਆ? ਤੇ ਗੁਰੂ ਮਹਾਰਾਜ ਜੀ ਨੇ ਫਿਰ ਅੱਗੇ ਓਂਕਾਰ ਲਿਖ ਦਿੱਤਾ ਵੀ ਜੋ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ। ਅਸੀਂ ਉਸ ਇੱਕ ਦੇ ਨਾਲ ਜੁੜੇ ਹਾਂ, ਉਸ ਇੱਕ ਦੇ ਨਾਲ ਆਪਣੇ ਗੁਰਸਿੱਖਾਂ ਨੂੰ ਜੋੜਦੇ ਹਾਂ, ਉਸ ਇੱਕ ਦੇ ਅਨੁਯਾਈ ਹਾਂ ਜੋ ਸਾਰਿਆਂ ਨੂੰ ਪ੍ਰਕਾਸ਼ ਕਰਨ ਵਾਲਾ ਹੈ। ਤੇ ਫਿਰ ਅੱਗੇ ਸਵਾਲ ਹੋ ਗਿਆ ਸਿੱਧਾਂ ਵੱਲੋਂ ਵੀ ਉਹਦਾ ਨਾਮ ਕੀ ਹੈ? ਸਤਿਨਾਮ, ਉਹਦਾ ਨਾਮ ਸੱਚਾ ਹੈ, ਉਹ ਸੱਚੇ ਨਾਮ ਵਾਲਾ ਹੈ, ਸਾਡੇ ਨਾਮ ਝੂਠੇ ਨੇ। ਇਹ ਵੀ ਮੈਂ ਥੋੜ੍ਹਾ ਜਿਹਾ ਖੁਲਾਸਾ ਅੱਜ ਕਰਾਂਗਾ ਕਿ ਸੱਚਾ ਨਾਮ ਤੇ ਝੂਠਾ ਨਾਮ ਕਿਵੇਂ ਹੁੰਦਾ ਹੈ। ਜਿਹੜਾ ਜਿਸ ਤੇ ਨਾਮ ਢੁੱਕੇ ਉਹ ਤਾਂ ਹੈਗਾ ਸੱਚ, ਤੇ ਜਿਹੜਾ ਜਿਸ ਤੇ ਨਾਮ ਨਾ ਢੁੱਕੇ ਉਹਦਾ ਨਾਂ ਰੱਖਿਆ ਜਾਏ ਤੇ ਉਹ ਜਿਹੜਾ ਹੈ ਉਹ ਨਾਮ ਸੱਚਾ ਨਹੀਂ, ਉਹ ਝੂਠ ਹੈ। ਜਿਵੇਂ ਮੇਰਾ ਨਾਂ ਹੈ ਸੁਖਵਿੰਦਰ, ਸੁਖ ਦਾ ਅਰਥ ਹੁੰਦਾ ਸੁਖ ਤੇ ਵਿੰਦਰ ਦਾ ਅਰਥ ਹੁੰਦਾ ਵਿਜੇਤਾ, ਸੁੱਖਾਂ ਦਾ ਵਿਜੇਤਾ। ਪਰ ਜਿਤਨੇ ਮੈਂ ਆਪਣੀ ਜ਼ਿੰਦਗੀ 'ਚ ਦੁੱਖ ਵੇਖੇ ਨੇ ਇਹ ਸ਼ਾਇਦ ਹੀ ਕਿਸੇ ਨੇ ਵੇਖੇ ਹੋਣ। ਤੇ ਫਿਰ ਮੇਰਾ ਨਾਮ ਹੈ ਜਿਹੜਾ ਇਹ ਝੂਠਾ ਨਾਮ ਹੈ, ਮੇਰੇ ਤੇ ਢੁੱਕਦਾ ਨਹੀਂ। ਜੇ ਮੇਰਾ ਨਾਂ ਦੁਖਵਿੰਦਰ ਹੁੰਦਾ ਤੇ ਫਿਰ ਤਾਂ ਢੁੱਕਦਾ ਸੀ, ਪਰ ਮੇਰਾ ਨਾਮ ਮੇਰੇ ਜੀਵਨ ਦੇ ਬਿਲਕੁਲ ਉਲਟ ਹੈ। ਇਸ ਕਰਕੇ ਇਹ ਸੱਚਾ ਨਾਮ ਨਹੀਂ, ਇਹ ਨਾਮ ਝੂਠਾ ਹੈ। ਮੇਰੇ ਖਿਆਲ ਗੱਲ ਪਕੜ ਦੇ ਵਿੱਚ ਆ ਗਈ ਹੋਣੀ ਹੈ। ਗੁਰੂ ਨਾਨਕ ਦੇਵ ਜੀ ਨੂੰ ਸਵਾਲ ਹੋਇਆ ਤੁਸੀਂ ਕਿਹਦੇ ਅਨੁਯਾਈ ਹੋ? ਗੁਰੂ ਜੀ ਨੇ ਅਸੀਂ ਇੱਕ ਦੇ ਅਨੁਯਾਈ ਹਾਂ। ਫਿਰ ਸਵਾਲ ਹੋ ਗਿਆ ਉਹ ਇੱਕ ਕੌਣ ਹੈ? ਓਂਕਾਰ, ਜੋ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ। ਉਸ ਦਾ ਨਾਮ ਕੀ ਹੈ? ਸਤਿਨਾਮ, ਉਸ ਦਾ ਸੱਚਾ ਨਾਮ ਨੂੰ ਉਹਦੇ ਤੇ ਢੁੱਕਦਾ ਹੈ। ਉਹਨੂੰ ਵਾਹਿਗੁਰੂ ਆਖ ਲਓ, ਇਹ ਵੀ ਨਾਮ ਉਸ ਤੇ ਢੁੱਕਦਾ ਹੈ। ਉਸ ਨੂੰ ਠਾਕੁਰ ਆਖ ਲਓ, ਇਹ ਵੀ ਨਾਮ ਉਸ ਤੇ ਢੁੱਕਦਾ ਹੈ। ਉਸ ਨੂੰ ਨਾਰਾਇਣ ਆਖ ਲਓ, ਇਹ ਵੀ ਨਾਮ ਉਸ ਤੇ ਢੁੱਕਦਾ ਹੈ। ਉਸ ਨੂੰ ਉਸ ਦੇ ਭਗਤਾਂ ਨੇ ਜਿਹੜੇ ਨਾਮ ਦੇ ਨਾਲ ਯਾਦ ਕੀਤਾ ਉਹ ਸਾਰੇ ਨਾਮ ਉਸ ਦੇ ਨਾਲ ਢੁੱਕਦੇ ਨੇ, ਉਸ ਦੇ ਯੋਗ ਨੇ, ਬਿਲਕੁਲ ਸੱਚੇ ਨੇ। ਜਿਹੜਾ ਨਾਮ ਹੈ ਉਸੇ ਤਰ੍ਹਾਂ ਦੀ ਕਿਰਿਆ ਹੈ। ਫਿਰ ਉਹ ਕਰਦਾ ਕੀ ਹੈ? ਕਰਤਾ ਪੁਰਖ, ਪੂਰਨ ਰੂਪ ਦੇ ਵਿੱਚ ਕਰਨ ਵਾਲਾ ਹੈ, ਅਰਧ ਕਰਤਾ ਨਹੀਂ, ਅਧੂਰਾ ਕਰਤਾ ਨਹੀਂ। ਇਸ ਦੇ ਲਈ ਨੁਕਤਾ ਹੈ ਜਿਵੇਂ ਮੱਕੜੀ ਹੈ ਨਾ, ਉਹ ਆਪਣਾ ਜਾਲ ਆਪ ਬਣਾਉਂਦੀ ਹੈ ਆਪਣੀ ਥੁੱਕ ਤੋਂ। ਮੱਕੜੀ ਹੈ ਜਿਹੜੀ ਉਹ ਕਿਤੋਂ ਕੁਝ ਲੈ ਕੇ ਨਹੀਂ ਆਉਂਦੀ, ਆਪਣੇ ਜਾਲ ਨੂੰ ਆਪਣੀ ਥੁੱਕ ਤੋਂ ਬਣਾਉਂਦੀ ਹੈ। ਇਸ ਦੇ ਉਲਟ ਜਦੋਂ ਕੋਈ ਪੰਛੀ ਆਲ੍ਹਣਾ ਬਣਾਉਂਦਾ ਹੈ ਤੇ ਉਹਨੂੰ ਲੱਕੜਾਂ ਕਿਤੋਂ ਹੋਰ ਲੈ ਕੇ ਆਉਣੀਆਂ ਪੈਂਦੀਆਂ ਨੇ, ਡੱਕੇ ਕਿਤੋਂ ਹੋਰ ਲੈ ਕੇ ਆਉਣੇ ਪੈਂਦੇ ਨੇ। ਕਰਤਾ ਹੁਣ ਪੰਛੀ ਵੀ ਹੈ ਜਿਹੜਾ ਆਲ੍ਹਣੇ ਨੂੰ ਕਰਨ ਵਾਲਾ ਹੈ, ਤੇ ਕਰਤਾ ਹੁਣ ਮੱਕੜੀ ਵੀ ਹੈ ਜਿਹੜੀ ਜਾਲ ਨੂੰ ਕਰਨ ਵਾਲੀ ਹੈ। ਤੇ ਮੱਕੜੀ ਹੈ ਜਿਹੜੀ ਇਹ ਅਰਧ ਕਰਤਾ ਨਹੀਂ, ਕਿਉਂਕਿ ਇਹਨੇ ਕਿਤੋਂ ਹੋਰ ਕੁਝ ਨਹੀਂ ਲਿਆ, ਤੇ ਪੰਛੀ ਹੈ ਜਿਹੜਾ ਇਹਨੇ ਕਿਤੋਂ ਹੋਰ ਕੁਝ ਲਿਆਏ। ਇਸ ਕਰਕੇ ਇਹ ਅਰਧ ਕਰਤਾ ਹੈ। ਹੁਣ ਮੱਕੜੀ ਹੈ ਜਿਹੜੀ ਉਸ ਪ੍ਰਭੂ ਪਰਮਾਤਮਾ ਦੇ ਬਰਾਬਰ ਕਿਉਂ ਨਹੀਂ? ਕਿਉਂਕਿ ਇਸ ਮੱਕੜੀ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਬਣਾਉਣ ਵਾਲਾ ਹੈ। ਕਰਤਾ ਪੁਰਖ ਉਹ ਸਾਰਿਆਂ ਨੂੰ ਕਰਨ ਵਾਲਾ ਹੈ ਤੇ ਆਪਣੇ ਆਪ ਤੋਂ ਕਰਦਾ, ਉਹਨੂੰ ਕੁਝ ਵੀ ਕਰਨ ਦੇ ਲਈ ਕਿਤੋਂ ਕੁਝ ਨਹੀਂ ਲੈਣਾ ਪੈਂਦਾ। ਫਿਰ ਉਹਦਾ ਸੁਭਾਅ ਕਿਸ ਤਰ੍ਹਾਂ ਦਾ? ਨਿਰਭਉ, ਉਹ ਡਰਦਾ ਨਹੀਂ। ਕਿਉਂ ਨਹੀਂ ਡਰਦਾ? ਨਿਰਵੈਰ, ਉਸ ਦਾ ਕਿਸੇ ਦੇ ਨਾਲ ਵੈਰ ਹੀ ਨਹੀਂ, ਇਸ ਕਰਕੇ ਨਹੀਂ ਡਰਦਾ। ਜਦੋਂ ਸਾਡਾ ਕਿਸੇ ਦੇ ਨਾਲ ਵੈਰ ਹੁੰਦਾ, ਡਰ ਤਾਂ ਫਿਰ ਹੀ ਲੱਗਦਾ ਨਾ ਵੀ ਇਹ ਸਾਡਾ ਵੈਰੀ ਹੈ, ਸਾਡੀ ਨਿੰਦਿਆ ਕਰ ਦੇਵੇਗਾ, ਇਹ ਸਾਡਾ ਵੈਰੀ ਹੈ, ਸਾਨੂੰ ਹੋਰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਏਗਾ। ਜਦੋਂ ਸਾਡੇ ਅੰਦਰ ਕਿਸੇ ਦੇ ਪ੍ਰਤੀ ਵੈਰ ਹੀ ਨਹੀਂ ਤੇ ਫਿਰ ਸਾਨੂੰ ਡਰ ਕਾਹਦਾ? ਇਸ ਲਈ
ਨਿਰਭਉ ਉਹਨੂੰ ਡਰ ਵੀ ਕੋਈ ਨਹੀਂ, ਤੇ ਨਿਰਵੈਰ ਉਹ ਕਿਸੇ ਦੇ ਨਾਲ ਵੈਰ ਵੀ ਨਹੀਂ ਕਰਦਾ। ਫਿਰ ਸਿੱਧਾ ਨੇ ਸਵਾਲ ਕੀਤਾ, ਉਹਦਾ ਫਿਰ ਸਰੂਪ ਕੀ ਹੈ ਜਿਹਨੂੰ ਤੁਸੀਂ ਸੱਚੇ ਨਾਮ ਵਾਲਾ ਸਰਬ ਪ੍ਰਕਾਸ਼ਕ ਤੇ ਪੂਰਨ ਰੂਪ ਦੇ ਵਿੱਚ ਕਰਨ ਵਾਲਾ, ਡਰ ਤੋਂ ਤੇ ਭੈ ਤੋਂ ਰਹਿ ਤੇ ਜਿਹੜਾ ਵੈਰ ਤੋਂ ਰਹਿ ਤੇ, ਉਹਦਾ ਸਰੂਪ ਕੀ ਹੈ? ਅਕਾਲ ਮੂਰਤ। ਉਹਦਾ ਸਰੂਪ ਜਿਹੜਾ ਹੈ ਉਹ ਸਮੇਂ ਦੀ ਪਾਬੰਦੀ ਤੋਂ ਰਹਿਤ ਹੈ। ਅਸੀਂ ਸਮੇਂ ਦੀ ਪਾਬੰਦੀ ਦੇ ਵਿੱਚ ਹਾਂ, ਅਸੀਂ ਕਾਲ ਦੇ ਵਿੱਚ ਹਾਂ। ਅਕਾਲ ਉਹਨੂੰ ਆਖਿਆ ਜਾਂਦਾ ਹੈ। ਅਕਾਲ ਮੂਰਤ ਉਹ ਹੈ ਜਿਹਦੇ 'ਤੇ ਸਮਾਂ ਜਿਹੜਾ ਹੈ ਨਾ ਉਹ ਪ੍ਰਭਾਵ ਨਹੀਂ ਕਰਦਾ, ਸਾਨੂੰ ਸਮਾਂ ਪ੍ਰਭਾਵਿਤ ਕਰਦਾ ਹੈ। ਬਚਪਨਾ ਸੀ, ਜਵਾਨੀ ਆ ਗਈ, ਤੇ ਜਵਾਨੀ ਨੂੰ ਅੱਗੇ ਵਡੇਪਾ ਖਾ ਗਏ, ਸਮੇਂ ਨੇ ਪਰਿਵਰਤਿਤ ਕਰ ਦਿੱਤਾ, ਸਾਨੂੰ ਪ੍ਰਭਾਵਿਤ ਕਰਦਾ, ਸਾਨੂੰ ਮੌਸਮ ਵੀ ਪ੍ਰਭਾਵਿਤ ਕਰਦਾ ਹੈ। ਉਸ ਨੂੰ ਉਹਦਾ ਸਰੂਪ ਹੈ ਜਿਹੜਾ ਉਹ ਇਸ ਤਰ੍ਹਾਂ ਦਾ ਸਰੂਪ ਹੈ ਜਿਹਨੂੰ ਨਾ ਮੌਸਮ ਤੇ ਨਾ ਸਮਾਂ ਹੈ ਉਹ ਪ੍ਰਭਾਵਿਤ ਨਹੀਂ ਕਰ ਸਕਦਾ। ਫਿਰ ਅੱਗੇ ਸਿੱਧਾ ਨੇ ਸਵਾਲ ਕਰ ਦਿੱਤਾ ਵੀ ਉਹਦੀ ਜੂਨੀ ਕਿਹੜੀ ਹੈ? ਪਸ਼ੂ ਜੂਨੀ ਹੈ, ਮਨੁੱਖ ਜੂਨੀ ਹੈ, ਕਿਹੜੀ ਜੂਨੀ ਦੇ ਵਿੱਚ? ਗੁਰੂ ਮਹਾਰਾਜ ਜੀ ਨੇ ਫਿਰ ਕਹਿ ਦਿੱਤਾ, ਇਹ ਜੂਨੀਆਂ ਤੋਂ ਰਹਿਤ ਹੈ, ਕਿਸੇ ਵੀ ਜੂਨੀ ਦੇ ਵਿੱਚ ਨਹੀਂ ਹੋ, ਪਰ ਸਾਰੀਆਂ ਜੂਨੀਆਂ ਨੇ ਉਹਦੇ ਤੋਂ ਆਈਆਂ ਨੇ। ਜੇ ਜੂਨੀ ਦੇ ਵਿੱਚ ਨਹੀਂ ਤੇ ਫਿਰ ਉਹਦੀ ਪਤੈਸ਼ ਕਿਵੇਂ ਹੈ? ਸੁਤੇ ਪ੍ਰਕਾਸ਼ ਅਜੂਨੀ ਸਹਿਬਾਨ, ਸੁਤੇ ਪ੍ਰਕਾਸ਼ ਹੈ ਉਸ ਦੀ ਉਤਪਤੀ, ਆਪਣੇ ਆਪ ਤੋਂ ਆਪ ਹੀ ਉਹ ਕਿਸ ਤਰ੍ਹਾਂ ਦਾ ਹੈ, ਕਿਵੇਂ ਹੈ, ਉਹ ਆਪ ਹੀ ਸਜਿਆ ਹੋਇਆ ਹੈ। ਤੇ ਉਸ ਦੀ ਪ੍ਰਾਪਤੀ ਦਾ ਸਾਧਨ ਕੀ ਹੈ? ਗੁਰ ਪ੍ਰਸਾਦ। ਜਦੋਂ ਗੁਰੂ ਰੂਪ ਹੋ ਕੇ ਉਹ ਕਿਰਪਾ ਕਰਦਾ ਤੇ ਫਿਰ ਉਸ ਦੀ ਪ੍ਰਾਪਤੀ ਹੁੰਦੀ ਹੈ। ਸੋ ਦਾਸ ਦਾ ਕਹਿਣ ਤੋਂ ਭਾਵ ਇਹ ਵੀ ਗੁਰੂ ਨਾਨਕ ਦੇਵ ਜੀ ਨੂੰ ਕੀਤੇ ਗਏ ਸਾਰੇ ਸਵਾਲਾਂ ਦਾ ਜਵਾਬ ਸੀ ਜਿਹੜਾ ਗੁਰੂ ਮਹਾਰਾਜ ਜੀ ਨੇ ਦੇ ਦਿੱਤਾ। ਤੇ ਜਿਹੜਾ ਸਾਰੇ ਸਵਾਲਾਂ ਦਾ ਜਵਾਬ ਦੇ ਦੇਵੇ ਉਹਨੂੰ ਆਪਾਂ ਗੁਰ ਪੂਰਾ ਗੁਰੂ ਆਖਦੇ ਹਾਂ। ਤੇ ਜਿੰਦੇ ਤੋਂ ਸਵਾਲ ਦਾ ਜਵਾਬ ਨਾ ਦਿੱਤਾ ਜਾਵੇ, ਜਿਵੇਂ ਸਵਾਮੀ ਦਇਆਨੰਦ ਤੋਂ ਨਹੀਂ ਸੀ ਦਿੱਤਾ ਗਿਆ, ਇਹਨੂੰ ਫਿਰ ਅਸੀਂ ਅਧੂਰਾ ਆਖਦੇ ਹਾਂ, ਇਹਦੇ ਅੰਦਰ ਅਧੂਰਾ ਪੜ੍ਹਨੇ। ਹੁਣ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਨੇ ਇੱਥੇ ਗੱਲ ਕੀਤੀ ਹੈ ਪੂਰੇ ਗੁਰੂ ਦੀ। ਗੁਰ ਪੂਰਾ ਗੁਰੂ ਜਿੰਦੇ ਤੋਂ ਅਸੀਂ ਆਪਣੇ ਅੰਦਰ ਦੀ ਤ੍ਰਿਪਤੀ ਦੇ ਲਈ, ਸੰਤੁਸ਼ਟੀ ਦੇ ਲਈ ਕੀਤੇ ਗਏ ਸਾਰੇ ਸਵਾਲਾਂ ਦਾ ਉੱਤਰ ਪ੍ਰਾਪਤ ਕਰ ਲਈਏ, ਉਹਨੂੰ ਪੂਰਾ ਗੁਰੂ ਆਖਿਆ ਜਾਂਦਾ ਹੈ। ਵਡਭਾਗੀ ਪਾਈਏ, ਤੇ ਇਸ ਤਰ੍ਹਾਂ ਦਾ ਗੁਰੂ ਹੈ ਜਿਹੜਾ ਇਹ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਹੈ ਜੀ। ਮਿਲ ਸਾਧੂ ਹਰ ਨਾਮ ਧਿਆਈਐ। ਤੇ ਧੰਨ ਗੁਰੂ ਜੀ ਰਹਿਮਤ ਕਰਦੇ ਨੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਹੈ ਜਿਹੜਾ ਇਹ ਸਾਧੂ ਦੀ ਸੰਗਤ ਦੇ ਵਿੱਚ ਆਣ ਕੇ ਅਸੀਂ ਧਿਆਉਣਾ ਕਰੀਏ। ਇਹ ਪ੍ਰੇਰਨਾ ਹੈ। ਗੁਰ ਪੂਰਾ ਵਡਭਾਗੀ ਪਾਈਏ, ਵੱਡੇ ਭਾਗਾਂ ਦੇ ਨਾਲ ਪਰਿਪੂਰਨ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਦੀ ਪ੍ਰਾਪਤੀ ਹੁੰਦੀ ਹੈ ਤੇ ਗੁਰੂ ਉਸ ਨਿਰੰਕਾਰ ਦੇ ਨਾਲ ਜੋੜਨ ਦੇ ਲਈ ਸਾਨੂੰ ਨਾਮ ਦੀ ਦਾਤ ਦਿੰਦਾ ਹੈ। ਨਾਮ ਹੈ ਜਿਹੜਾ ਇਹ ਸੰਗਤ ਦੇ ਵਿੱਚ ਆਣ ਕੇ ਜਪਿਆ ਜਾਂਦਾ ਹੈ। ਨਾਮ ਹੈ ਜਿਹੜਾ ਇਹ ਸਾਧੂ ਦੀ ਸੰਗਤ ਕਰਕੇ ਜਪਿਆ ਜਾਂਦਾ ਹੈ। ਸਾਧੂ ਉਹਨੂੰ ਆਖਿਆ ਜਾਂਦਾ ਹੈ ਜਿਹਨੇ ਆਪਣੇ ਮਨ ਨੂੰ ਸਾਧਿਆ ਹੈ। ਜਿਸ ਨੇ ਆਪਣੇ ਮਨ ਨੂੰ ਸਾਧ ਲਿਆ ਉਹਨੂੰ ਸਾਧੂ ਆਖਿਆ ਜਾਂਦਾ ਹੈ। ਮਿਲ ਸਾਧੂ, ਜਿਹਨੇ ਮਨ ਨੂੰ ਸਾਧਿਆ ਹੋਇਆ, ਜਿਹੜਾ ਆਪ ਸਵਾਸ ਨਾਮ ਜਪਦਾ ਹੈ, ਹਰ ਵਕਤ ਪ੍ਰਭੂ ਪਰਮਾਤਮਾ ਦੀ ਬਾਣੀ ਦੇ ਨਾਲ, ਨਾਮ ਦੇ ਨਾਲ ਜੁੜਿਆ ਰਹਿੰਦਾ ਹੈ, ਉਹ ਸਾਧੂ ਹੈ। ਤੇ ਉਸ ਦੀ ਸੰਗਤ ਦੇ ਵਿੱਚ ਹਰ ਨਾਮ ਧਿਆਈਏ, ਹਰੀ ਪਰਮਾਤਮਾ ਦਾ ਨਾਮ ਹੈ ਜਿਹੜਾ ਇਹ ਧਿਆਇਆ ਜਾਂਦਾ ਹੈ। ਜਿਹਨੇ ਆਪ ਨੇ ਨਾਮ ਨਹੀਂ ਜਪਿਆ, ਜਿਹੜਾ ਆਪ ਹੀ ਨਿਤਨੇਮੀ ਨਹੀਂ ਹੈਗਾ, ਉਹ ਫਿਰ ਦੂਜੇ ਨੂੰ ਕਿਵੇਂ ਪ੍ਰੇਰ ਦੇਵੇਗਾ? ਤੇ ਉਹਦੇ ਤੋਂ ਦੂਜਾ ਪ੍ਰਭਾਵਿਤ ਵੀ ਨਹੀਂ ਹੁੰਦਾ। ਮਿਲ ਸਾਧੂ ਹਰ ਨਾਮ ਧਿਆਈਏ। ਗੁਰੂ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਕੀਤੀ, ਸਾਨੂੰ ਦੱਸਿਆ ਸੱਚੇ ਸਤਿਗੁਰੂ ਨੇ ਧੰਨ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਸਤ ਸੰਗਤ ਦੀ ਸਭ ਤੋਂ ਵੱਡੀ ਵਡਿਆਈ ਕੀਤੀ। ਇਸ ਦਾ ਕਾਰਨ ਇਹ ਹੈ ਵੀ ਕਿਸੇ ਦਾ ਮਨ ਥੋੜ੍ਹਾ ਜੁੜਿਆ, ਕਿਸੇ ਦਾ ਜ਼ਿਆਦਾ ਜੁੜਿਆ, ਕਿਸੇ ਦਾ ਉਸ ਤੋਂ ਜ਼ਿਆਦਾ ਜੁੜਿਆ। ਇਸ ਤਰ੍ਹਾਂ ਜੁੜੇ ਹੋਏ ਮਨਾਂ ਵਾਲੇ ਗੁਰਮੁਖ ਪਿਆਰੇ ਜਦੋਂ ਇਕੱਤਰਤ ਹੋ ਜਾਂਦੇ ਨੇ ਨਾ, ਤੇ ਫਿਰ ਇਹਨਾਂ ਦੀ ਕਿਰਪਾ ਦੇ ਨਾਲ ਅਸੀਂ ਜਦੋਂ ਆਣ ਕੇ ਸੰਗਤ ਦੇ ਵਿੱਚ ਬੈਠ ਜਾਂਦੇ ਹਾਂ, ਤੇ ਜਦੋਂ ਇਹ ਨਾਮ ਜਪਦੇ ਦੇ ਨਾਲ ਸਾਡਾ ਮਨ ਵੀ ਜਿਹੜਾ ਹੈ ਉਹ ਵੀ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜੁੜਦਾ ਹੈ। ਤਾਂ ਕਰਕੇ ਗੁਰੂ ਮਹਾਰਾਜ ਜੀ ਨੇ ਸਤ ਸੰਗਤ ਨੂੰ ਵੱਡਾ ਆਖਿਆ ਹੈ। ਸੱਚੇ ਸਤਿਗੁਰੂ ਇੱਥੇ ਕਿਰਪਾ ਕਰਦੇ ਨੇ। ਮਿਲ ਸਾਧੂ ਦੀ ਸੰਗਤ ਪ੍ਰਾਪਤ ਹੋ ਜਾਵੇ, ਹਰ ਨਾਮ ਤੇ ਆਈਏ, ਤੇ ਹਰੀ ਪਰਮਾਤਮਾ ਦਾ ਨਾਮ ਹੈ ਜਿਹੜਾ ਉਹ ਅਸੀਂ ਧਿਆਉਣਾ ਕਰੀਏ ਜੀ। ਪਾਰ ਬ੍ਰਹਮ ਪ੍ਰਭ ਤੇਰੀ ਸ਼ਰਨ। ਸ਼ਰਨ ਦਾ ਅਰਥ ਹੁੰਦਾ ਹੈ
ਕਿਸੇ ਦੇ ਆਸਰੇ ਦੇ ਵਿੱਚ ਰਹਿਣਾ। ਜਿਵੇਂ ਬੱਚਾ ਮਾਂ ਦੀ ਗੋਦ ਦੇ ਵਿੱਚ ਉਹ ਆਪਣੀ ਮਾਂ ਦੀ ਸ਼ਰਨ ਦੇ ਵਿੱਚ, ਜਦੋਂ ਬੱਚਾ ਮਾਂ ਦੀ ਗੋਦ ਦੇ ਵਿੱਚ ਤੇ ਫਿਰ ਉਹਨੂੰ ਕਿਸੇ ਪ੍ਰਕਾਰ ਦਾ ਭਉ ਜਿਹੜਾ ਉਹ ਨਹੀਂ ਰਹਿੰਦਾ। ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਨੇ ਸਵਾਲ ਦਾ ਜਵਾਬ ਦਿੱਤਾ ਸੀ, ਉਹ ਪਰਮਾਤਮਾ ਜਿਹੜਾ ਉਹਦੀ ਵਿਸ਼ੇਸ਼ਤਾ ਕੀ ਹੈ, ਸਿੱਧਾ ਨੇ ਪੁੱਛਿਆ ਤੇ ਗੁਰੂ ਜੀ ਨੇ ਆਖਿਆ ਉਹਦੀ ਵਿਸ਼ੇਸ਼ਤਾ ਇਹ, ਇੱਕ ਤਾਂ ਉਹ ਸੱਚੇ ਨਾਮ ਵਾਲਾ ਹੈ ਤੇ ਦੂਜਾ ਉਹ ਅਰਥ ਕਰਤਾ ਨਹੀਂ। ਜੋ ਕੁਝ ਵੀ ਉਸਨੇ ਸਾਜਿਆ ਉਹ ਆਪਣੇ ਆਪ ਤੋਂ ਆਪ ਸਾਜਿਆ, ਕਿਸੇ ਤੋਂ ਹੋਰ ਕੁਝ ਆਧਾਰਾ ਨਹੀਂ ਲਿਆ, ਕਿਸੇ ਤੋਂ ਮੰਗ ਕੇ ਜਾਂ ਖਰੀਦ ਕੇ ਕੁਝ ਨਹੀਂ ਲਿਆ। ਤੇ ਉਸ ਦੀ ਅੱਗੇ ਵਿਸ਼ੇਸ਼ਤਾ ਹੀ ਇਹ ਹੈ ਕਿ ਨਿਰਭਉ, ਉਹ ਡਰਦਾ ਨਹੀਂ ਕਿਸੇ ਤੋਂ। ਹੁਣ ਇਹਦਾ ਅਰਥ ਇਹ ਨਹੀਂ ਵੀ ਉਹ ਬੜਾ ਹੰਕਾਰੀ ਹੈ ਤੇ ਹੰਕਾਰ ਹੈ ਉਹਦੇ ਅੰਦਰ, ਇਸ ਕਰਕੇ ਨਹੀਂ ਡਰਦਾ, ਕਿਉਂਕਿ ਹੰਕਾਰੀ ਮਨੁੱਖ ਹੁੰਦਾ ਜਿਹੜਾ ਉਹ ਵੀ ਕਿਸੇ ਦੀ ਪਰਵਾਹ ਨਹੀਂ ਕਰਦਾ, ਕਿਸੇ ਤੋਂ ਡਰਦਾ ਨਹੀਂ। ਪਰ ਨਹੀਂ, ਉਹ ਪਰਮਾਤਮਾ ਜਿਹੜਾ ਡਰਦਾ ਜ਼ਰੂਰ ਨਹੀਂ ਕਿਸੇ ਤੋਂ, ਪਰ ਇਸ ਕਰਕੇ ਨਹੀਂ ਡਰਦਾ ਵੀ ਉਹ ਹੰਕਾਰੀ ਹੈ। ਉਹ ਇਸ ਕਰਕੇ ਨਹੀਂ ਡਰਦਾ ਕਿ ਉਹਦਾ ਕਿਸੇ ਦੇ ਨਾਲ ਵੈਰ ਹੀ ਨਹੀਂ, ਨਿਰਵੈਰ, ਉਹ ਵੈਰ ਤੋਂ ਰਹਿਤ ਹੈ। ਉਹ ਕਿਸੇ ਦੇ ਨਾਲ ਵੈਰ ਭਾਵ ਹੀ ਨਹੀਂ ਰੱਖਦਾ। ਜਦੋਂ ਵੈਰ ਭਾਵ ਹੀ ਨਹੀਂ ਰੱਖਦਾ ਤੇ ਫਿਰ ਉਹ ਕਿਸੇ ਤੋਂ ਡਰੇਗਾ ਕਿਉਂ? ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ ਨਾ, ਉਹ ਵੀ ਨਿਰਭਉ ਹੋ ਜਾਂਦੇ ਨੇ। ਕਿਉਂ? ਕਿਉਂਕਿ ਉਹ ਨਿਰਵੈਰ ਹੋ ਜਾਂਦੇ ਨੇ। ਉਹ ਸਾਰਿਆਂ ਨੂੰ ਪ੍ਰਭੂ ਪਰਮਾਤਮਾ ਦਾ ਰੂਪ ਜਾਣਦੇ ਨੇ, ਸਾਰਿਆਂ ਦੇ ਵਿੱਚ ਰੱਬ ਵਸਿਆ ਜਾਣਦੇ ਨੇ, ਸਾਰਿਆਂ ਨੂੰ ਉਸ ਪ੍ਰਭੂ ਪਰਮਾਤਮਾ ਦੀ ਅੰਸ਼ ਜਾਣਦੇ ਨੇ। ਇਸ ਕਰਕੇ ਗੁਰਮੁਖ ਪਿਆਰੇ ਗੁਰਸਿੱਖ ਨੇ ਜਿਹੜੇ ਉਹ ਨਿਰਵੈਰ ਹੋ ਜਾਂਦੇ ਨੇ। ਜਿਹੜਾ ਨਿਰਵੈਰ ਹੋ ਜਾਂਦਾ ਫਿਰ ਉਹ ਨਿਰਭਉ ਹੋ ਜਾਂਦਾ, ਉਹਨੂੰ ਕਿਸੇ ਦਾ ਡਰ ਹੀ ਨਹੀਂ। ਪਾਰ ਬ੍ਰਹਮ ਪ੍ਰਭ ਤੇਰੀ ਸਰਨਾ, ਧੰਨ ਗੁਰੂ ਜੀ ਨੇ ਸਾਨੂੰ ਦੱਸਿਆ ਇਸ ਤਰ੍ਹਾਂ ਪਾਰਾਵਾਰ ਤੋਂ ਰਹਿਤ ਬ੍ਰਹਮ ਸਰੂਪ ਪ੍ਰਭੂ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਇਆ ਜਾਂਦਾ ਹੈ ਜੀ। ਕਿਲ ਵੇਖ ਕਾਟੈ ਭਜ ਗੁਰ ਕੇ ਚਰਨਾ। ਧੰਨ ਗੁਰਬਾਣੀ ਦੇ ਅੰਦਰ ਕਿਲ ਵੇਖੇ ਜਿਹੜਾ ਇਹ 4 ਪਾਪ ਮੰਨੇ ਗਏ ਨੇ। 4 ਪਾਪਾਂ ਨੂੰ ਕਿਲ ਵੇਖ ਆਖੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਨੇ। ਤੇ ਕਿਲ ਵਿਖ, ਵਿਖ ਦਾ ਅਰਥ ਹੁੰਦਾ ਜ਼ਹਿਰ ਤੇ ਕਿਲ ਦਾ ਅਰਥ ਹੁੰਦਾ ਹੈ ਕਿਲ, ਜੋ ਸਾਡੀ ਸੰਸਾਰ ਦੀ ਵਰਤੋਂ ਦੇ ਵਿੱਚ ਆਉਂਦਾ, ਜਿਹਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਵਰਤਦੇ ਹਾਂ। ਸੱਚੇ ਸਤਿਗੁਰ ਇੱਥੇ ਸਾਨੂੰ ਦੱਸ ਰਹੇ ਨੇ ਵੀ ਸਾਡੇ ਦੁਆਰਾ ਇਸ ਤਰ੍ਹਾਂ ਦੇ ਕੀਤੇ ਹੋਏ ਅੱਗ ਨੇ, ਜਿਹੜੇ ਇਸ ਤਰ੍ਹਾਂ ਦੇ ਕੀਤੇ ਹੋਏ ਜਿਹੜੇ ਪਾਪ ਨੇ, ਜਿਨ੍ਹਾਂ ਦੀ ਸਜ਼ਾ ਜਦੋਂ ਸਾਨੂੰ ਮਿਲਦੀ ਹੈ ਨਾ ਤੇ ਇਤਨਾ ਦੁੱਖ ਹੁੰਦਾ ਜਿਵੇਂ ਕੋਈ ਕਿਸੇ ਦੇ ਸਰੀਰ ਦੇ ਵਿੱਚ ਜ਼ਹਿਰੀਲੇ ਕਿੱਲ ਲਾ ਦੇਵੇ ਤੇ ਉਹ ਦੁਖੀ ਹੁੰਦਾ ਹੈ। ਕਿੱਲ ਵਿਖ ਕਾਟੇ, ਜਦੋਂ ਅਸੀਂ ਸੱਚੇ ਸਤਿਗੁਰ ਦੀ ਸ਼ਰਨ ਦੇ ਵਿੱਚ ਆ ਜਾਂਦੇ ਹਾਂ, ਨਿਰਭਉ ਤੇ ਨਿਰਵੈਰ ਹੋ ਜਾਂਦੇ ਹਾਂ, ਤੇ ਫਿਰ ਗੁਰੂ ਮਹਾਰਾਜ ਜੀ ਰਹਿਮਤ ਕਰਦਾ, ਇਸ ਤਰ੍ਹਾਂ ਦੇ ਕੀਤੇ ਹੋਏ ਜਿਹੜੇ ਪਾਪ ਨੇ, ਜਿਨ੍ਹਾਂ ਦਾ ਦੁੱਖ ਬੜਾ ਵੱਡਾ ਹੈ, ਉਹ ਕੱਟੇ ਜਾਂਦੇ ਨੇ। ਭਜ ਗੁਰ ਕੇ ਚਰਨਾਂ, ਤਾਂ ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਗੁਰੂ ਦੇ ਚਰਨਾਂ ਦੇ ਵਿੱਚ ਗੁਰਮੁਖ ਪਿਆਰਿਆ ਰਹਿਣਾ ਕਰ ਤੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਹੈ ਜਿਹੜਾ, ਇਹਨੂੰ ਜਪਣਾ ਕਰ, ਇਹਨੂੰ ਭਜਨਾ ਕਰ। ਹੁਣ ਜਿਵੇਂ ਪਹਿਲੀ ਤੁਕ ਦੇ ਵਿੱਚ ਸੀ, ਪਾਰ ਬ੍ਰਹਮ ਪ੍ਰਭ ਤੇਰੀ ਸਰਨਾ, ਪ੍ਰਭੂ ਪਰਮਾਤਮਾ ਦੀ ਸ਼ਰਨ ਦੇ ਵਿੱਚ ਅਸੀਂ ਤਾਂ ਹੀ ਆਪਣੇ ਆਪ ਨੂੰ ਰੱਖ ਸਕਦੇ ਹਾਂ ਜੇ ਸਾਡੇ ਅੰਦਰ ਨਿਰਵੈਰ ਭਾਵਨਾ ਹੋਏਗੀ। ਅਸੀਂ ਕਿਸੇ ਨੂੰ ਆਪਣਾ ਵੈਰੀ ਨਹੀਂ ਸਮਝਾਂਗੇ, ਕਿਸੇ ਨੂੰ ਆਪਣਾ ਦੁਸ਼ਮਣ ਨਹੀਂ ਸਮਝਾਂਗੇ। ਤੇ ਕਿਲ ਵਿਖ ਕਾਟੇ, ਸਾਡੇ ਦੁੱਖ ਨੇ ਜਿਹੜੇ, ਪਾਪ ਨੇ ਜਿਹੜੇ, ਇਹ ਤਾਂ ਕੱਟੇ ਜਾਣਗੇ ਜੇ ਅਸੀਂ ਭਜਨ ਕਰਾਂਗੇ ਗੁਰ ਕੇ ਚਰਨਾਂ, ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ। ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਭਜਨ ਕੀਤੇ ਦੇ ਨਾਲ ਪਾਪਾਂ ਦਾ ਨਾਸ਼ ਹੁੰਦਾ ਹੈ। ਵੈਰ ਭਾਵ ਅੰਦਰੋਂ ਕੱਢੇ ਤੋਂ ਸੱਚੇ ਸਤਿਗੁਰ ਦੀ ਸ਼ਰਨ ਪ੍ਰਾਪਤ ਹੁੰਦੀ। ਮੇਰੇ ਖਿਆਲ ਗੱਲ ਪਕੜ ਦੇ ਵਿੱਚ ਆ ਗਈ ਹੋਣੀ ਹੈ, ਨਹੀਂ ਤਾਂ ਮੈਂ ਥੋੜ੍ਹੀ ਜਿਹੀ ਮਿਹਨਤ ਹੋਰ ਕਰ ਦੇਣਾ। ਗੁਰੂ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਕਿਰਪਾ ਕੀਤੀ, ਸਾਨੂੰ ਦੱਸਿਆ ਗੁਰਪੂਰਾ ਵਡਭਾਗੀ ਪਾਈਏ, ਵੱਡੇ ਭਾਗਾਂ ਦੇ ਨਾਲ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਤੇ ਪੂਰਾ ਗੁਰੂ ਉਹ ਹੁੰਦਾ ਜਿਹੜਾ ਗੁਰਸਿੱਖ ਦੁਆਰਾ ਕੀਤੇ ਗਏ ਹਰ ਸਵਾਲ ਦਾ ਜਵਾਬ ਦੇ ਦੇਵੇ, ਜਿਹੜਾ ਆਪਣੇ ਗੁਰਸਿੱਖ ਦੇ ਅੰਦਰ ਦੀ ਹਰ ਸ਼ੰਕਾ ਨੂੰ ਨਿਵਰਤ ਕਰ ਦੇਵੇ। ਜਿਵੇਂ ਭਾਈ ਗੁਰਦਾਸ ਜੀ ਜਦੋਂ ਧੰਨ ਗੁਰਬਾਣੀ ਲਿਖਦੇ ਸਨ ਤੇ ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਸਵਾਲ ਕੀਤਾ। ਸਵਾਲ ਬੜਾ ਮੁਸ਼ਕਲ ਵਾਲਾ ਸੀ, ਹੇ ਸੱਚੇ ਸਤਿਗੁਰੂ ਜੀ, ਆਪ ਭਗਤਾਂ ਦੀ ਬਾਣੀ ਲਿਖਵਾ ਰਹੇ ਹੋ ਤੇ ਭਗਤ ਤਾਂ ਮੈਨੂੰ ਇੱਥੇ ਕੋਈ ਦਿਸਦੇ ਹੀ ਨਹੀਂ। ਨਾਮ ਤੁਸੀਂ ਭਗਤਾਂ ਦੇ ਦਰਜ ਕਰਵਾ ਰਹੇ ਹੋ, ਬਾਣੀ ਭਗਤਾਂ ਦੀ ਲਿਖਵਾ ਰਹੇ ਹੋ ਤੇ ਇੱਥੇ ਲਿਖਵਾਉਣ ਵਾਲਾ ਤੇ ਮੈਨੂੰ ਕੋਈ ਭਗਤ ਦਿਸਦਾ ਹੀ ਨਹੀਂ। ਹੁਣ ਸ਼ੰਕਾ ਆ ਗਈ ਨਾ ਮਨ ਦੇ ਵਿੱਚ ਵੀ ਕਿਤੇ ਗੁਰੂ ਕੋਲੋਂ ਬਣਾ ਕੇ ਤੇ ਨਹੀਂ ਲਿਖਵਾਈ ਜਾਂਦਾ, ਐਵੇਂ ਵਡਿਆਈ ਦਾ ਮਾਰਾ।
ਨਾ ਭਗਤਾਂ ਦਾ ਦਰਜ, ਕਿਉਂਕਿ ਇਸ ਤਰ੍ਹਾਂ ਦੀਆਂ ਵੀ ਧੋਖਾਧੜੀਆਂ ਨੇ ਜਿਹੜੀਆਂ ਉਹ ਬੜੀਆਂ ਸਾਡੇ ਸਮਾਜ ਦੇ ਵਿੱਚ ਚੱਲਦੀਆਂ ਨੇ। ਤੇ ਸਾਡਾ ਗੁਰੂ ਪੂਰਾ ਸੀ ਧੰਨ ਗੁਰੂ ਅਰਜਨ ਦੇਵ ਜੀ। ਗੁਰੂ ਅਰਜਨ ਦੇਵ ਜੀ ਨੇ ਫਿਰ ਭਾਈ ਗੁਰਦਾਸ ਜੀ ਨੂੰ ਆਖਿਆ, ਚੰਗਾ ਭਾਈ, ਜਿਹੜਾ ਤੇਰਾ ਸਮਾਂ ਨਾ ਸਾਡੇ ਕੋਲ ਪਹੁੰਚਣ ਦਾ ਤੇ ਗੁਰਬਾਣੀ ਲਿਖਤ ਕਰਨ ਦਾ, ਤੂੰ ਕੱਲ੍ਹ ਨੂੰ 2 ਘੜੀਆਂ ਪਹਿਲੋਂ ਆ ਜਾਵੀਂ। ਫਿਰ ਭਾਈ ਗੁਰਦਾਸ ਜੀ ਅਗਲੇ ਦਿਨ ਸਮੇਂ ਤੋਂ 2 ਘੜੀਆਂ ਪਹਿਲੋਂ ਗਏ ਤੇ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੀ ਸ਼ਰਨ ਦੇ ਵਿੱਚ 15 ਦੇ 15 ਭਗਤ ਬੈਠੇ ਸਨ ਤੇ ਵੇਖ ਕੇ ਕਰਤਾਰਥ ਹੋ ਗਿਆ। ਇਹਨੂੰ ਪੂਰਾ ਗੁਰੂ ਆਖਦੇ ਨੇ। ਜਿਹੜਾ ਗੁਰੂ ਆਪਣੇ ਗੁਰਸਿੱਖ ਦੇ ਅੰਦਰ ਦੀ ਸ਼ੰਕਾ ਨੂੰ ਨਿਵਰਤ ਕਰ ਦੇਵੇ। ਇਸੇ ਤਰ੍ਹਾਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਛੱਜੂ ਝੂਰ ਦੇ ਸਿਰ ਦੇ ਉੱਤੇ ਸੋਟੀ ਰੱਖ ਕੇ, ਕੁੰਡੀ ਰੱਖ ਕੇ ਤੇ ਉਸ ਦੇ ਕਪਾਟ ਖੋਲ ਦਿੱਤੇ ਸਨ। ਇਹਨੂੰ ਪੂਰਾ ਗੁਰੂ ਆਖਿਆ। ਗੁਰ ਪੂਰਾ ਵਡਭਾਗੀ ਪਾਈਏ, ਵੱਡੇ ਭਾਗਾਂ ਦੇ ਨਾਲ ਪੂਰਾ ਗੁਰੂ ਮਿਲਦਾ ਹੈ। ਮਿਲ ਸਾਧੂ ਹਰ ਨਾਮ ਤੇ ਆਈਏ, ਗੁਰੂ ਕਿਰਪਾ ਕਰਦਾ, ਫਿਰ ਰਹਿਮਤ ਕਰਦਾ, ਨਾਮ ਦੀ ਦਾਤ ਦਿੰਦਾ ਹੈ। ਤੇ ਨਾਮ ਹੈ ਜਿਹੜਾ ਇਹ ਪਹਿਲੂ ਪਹਿਲ ਸਤ ਸੰਗਤ ਦੇ ਵਿੱਚ ਆਣ ਕੇ ਇਕਾਗਰ ਬਿਰਤੀ ਦੇ ਨਾਲ ਜਪਿਆ ਜਾ ਸਕਦਾ। ਆਪਣੇ ਆਪ ਹੀ ਜਿਵੇਂ ਬੱਚਾ ਸਕੂਲ ਹੀ ਨਹੀਂ ਜਾਏਗਾ ਤੇ ਉਹਨੂੰ ਊੜਾ ਐੜਾ ਨਹੀਂ ਪੜ੍ਹਨਾ ਆਏਗਾ। ਮੰਮੀ ਉਹਨੂੰ ਭਾਵੇਂ ਕਿਤਨਾ ਯਤਨ ਕਰੇ ਪਰ ਉਹ ਗੱਲ ਨਹੀਂ ਬਣਦੀ ਜਿਹੜੀ ਕਲਾਸ ਦੇ ਵਿੱਚ ਬਣਦੀ ਏ। ਇਹ ਗੁਰੂ ਮਹਾਰਾਜ ਜੀ ਦੀ ਜਮਾਤ ਤੇ ਸੰਗਤ, ਇੱਥੇ ਅਸੀਂ ਆਉਣਾ ਹੈ ਤੇ ਸੱਚੇ ਸਤਿਗੁਰ ਦੇ ਨਾਮ ਨੂੰ ਜਪਣਾ ਹੈ। ਅੱਗੇ ਗੁਰੂ ਜੀ ਰਹਿਮਤ ਕਰਦੇ ਨੇ, ਪਾਰ ਬ੍ਰਹਮ ਪ੍ਰਭ ਤੇਰੀ ਸਰਨਾ, ਹੈ ਅਕਾਲ ਪੁਰਖ ਵਾਹਿਗੁਰੂ ਅਸੀਂ ਤੇਰੀ ਸ਼ਰਨ ਦੇ ਵਿੱਚ ਆਂ। ਤੇ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਉਣ ਦੇ ਲਈ ਨਿਰਵੈਰ ਹੋਣਾ ਜਿਹੜਾ ਨਾ ਇਹ ਅੱਤ ਦਾ ਜ਼ਰੂਰੀ ਹੈ। ਜੇ ਅਸੀਂ ਨਿਰਵੈਰ ਹਾਂ, ਕਿਉਂਕਿ ਉਹ ਪਰਮਾਤਮਾ ਕਿਸੇ ਦੇ ਨਾਲ ਵੈਰ ਨਹੀਂ ਕਰਦਾ ਤੇ ਮਿਲਾਪ ਉਹਦੇ ਨਾਲ ਹੁੰਦਾ ਜਿਹਦੇ ਨਾਲ ਸੁਭਾਅ ਮਿਲ ਜਾਵੇ, ਦੂਜੇ ਨਾਲ ਮਿਲਾਪ ਨਹੀਂ ਹੁੰਦਾ। ਹੁਣ ਵੇਖੋ 2 ਜਾਣੇ ਨੇ, ਇੱਕ ਜਾਣੇ ਦਾ ਸੁਭਾਅ ਹੈ ਉਹ ਗੱਲਾਂ ਬਾਤਾਂ ਜ਼ਿਆਦੀਆਂ ਕਰਦਾ ਤੇ ਦੂਜੇ ਦਾ ਸੁਭਾਅ ਹੈ ਉਹ ਗੱਲਾਂ ਬਾਤਾਂ ਕਰਨ ਵਾਲਾ ਨਹੀਂ। ਉਹ ਨਾਮ ਜਪਣ ਵਾਲਾ ਜਾਂ ਬਾਣੀ ਪੜ੍ਹਨ ਵਾਲਾ ਜਾਂ ਕੋਈ ਵਿਦਿਆਰਥੀ ਇਸ ਤਰ੍ਹਾਂ ਦਾ ਉਹ ਆਪਣੀ ਸੰਥਿਆ ਪੜ੍ਹਨ ਵਾਲਾ ਜਾਂ ਸਕੂਲ ਦੀ ਪੜ੍ਹਾਈ ਕਰਨ ਵਾਲਾ, ਤੇ ਫਿਰ ਨਾਲ ਦੇ ਨੂੰ ਕਹਿ ਦਿੰਦਾ ਤੂੰ ਮੇਰਾ ਸਮਾਂ ਨਾ ਖਰਾਬ ਕਰ, ਜੇ ਤੂੰ ਗੱਲਾਂ ਕਰਨੀਆਂ ਨੇ ਤੇ ਕਿਸੇ ਹੋਰ ਨੂੰ ਲੱਭ ਲਾ ਤੇਰੇ ਵਰਗੇ ਨੂੰ। ਹੁਣ ਸੁਭਾਅ ਇੱਕੋ ਜਿਹਾ ਹੋਏਗਾ ਤੇ ਮੇਲ ਫਿਰ ਹੋਏਗਾ। ਜੇ ਦੋਵਾਂ ਦਾ ਸੁਭਾਅ ਵੱਖੋ ਵੱਖਰਾ ਤੇ ਫਿਰ ਮੇਲ ਨਹੀਂ ਹੋਏਗਾ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਨਿਰਭਉ ਹੈ, ਉਹਨੂੰ ਕਿਸੇ ਦਾ ਡਰ ਨਹੀਂ। ਤੇ ਅਸੀਂ ਵੀ ਸਾਰਿਆਂ ਦਾ ਡਰ ਦੂਰ ਕਰਨ ਦੇ ਲਈ ਆਪਣੇ ਅੰਦਰ ਦੀ ਜਿਹੜੀ ਅਵਸਥਾ ਨਿਰਵੈਰ ਵਾਲੀ ਬਣਾਉਣੀ ਹੈ। ਫਿਰ ਅਸੀਂ ਪਰਮਾਤਮਾ ਦੇ ਨਾਲ ਉਹਦੀ ਸ਼ਰਨ ਦੇ ਵਿੱਚ ਆ ਸਕਦੇ ਹਾਂ। ਅੱਗੇ ਗੁਰੂ ਜੀ ਨੇ ਕਿਰਪਾ ਕੀਤੀ ਹੈ ਸੱਚੇ ਸਤਿਗੁਰ ਦੇ ਚਰਨਾਂ ਦੇ ਨਾਲ ਜੁੜ ਕੇ, ਗੁਰ ਕੇ ਚਰਨਾਂ, ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਨਾ ਜਦੋਂ ਅਸੀਂ ਨਾਮ ਜਪਦੇ ਹਾਂ ਤੇ ਸਾਰੇ ਪ੍ਰਕਾਰ ਦੇ ਜਿਹੜੇ ਪਾਪ ਨੇ ਉਹਨਾਂ ਦਾ ਨਾਸ ਹੁੰਦਾ ਹੈ ਜੀ। ਰਹਾਉ ਆਵਰ ਕਰਮ ਸਭ ਲੋਕਾਚਾਰ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਵਿਸ਼ਰਾਮ ਲਾ ਕੇ ਅੱਗੇ ਕਿਰਪਾ ਕਰਦੇ ਨੇ। ਗੁਰਬਾਣੀ ਦੇ ਅੰਦਰ ਨਾ ਕਿਸੇ ਦੀ ਲਿਹਾਜ਼ ਨਹੀਂ ਕੀਤੀ ਗਈ। ਗੁਰਬਾਣੀ ਦਾ ਇੱਕੋ ਤੇ ਇੱਕ ਆਸਾ ਹੈ। ਉਹ ਆਸਾ ਇਹ ਹੈ ਕਿ ਕਿਵੇਂ ਨਾ ਕਿਵੇਂ ਸਾਡਾ ਆਧਾਰ ਹੋਵੇ, ਕਿਵੇਂ ਨਾ ਕਿਵੇਂ ਸਾਡਾ ਭਲਾ ਹੋਵੇ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਅਵਰ ਕਰਮ ਸਭ ਲੋਕਾਚਾਰ। ਲੋਕਾਚਾਰ ਜਿਹੜੇ ਅਸੀਂ ਲੋਕਾਂ ਦੇ ਨਾਲ ਆਪਣਾ ਸੰਬੰਧ ਕਾਇਮ ਕਰਨ ਦੇ ਲਈ ਕੁਝ ਕੰਮ ਕਰਦੇ ਹਾਂ, ਉਹ ਲੋਕਾਚਾਰ ਨੇ। ਲੋਕਾਚਾਰ, ਲੋਕ ਆਚਰਣ, ਇਹ 2 ਸ਼ਬਦਾਂ ਦੇ ਮੇਲ ਤੋਂ ਬਣੇ। ਲੋਕ ਆਮ ਦੁਨੀਆ ਹੋ ਗਈ, ਆਚਰਣ ਜਿਵੇਂ ਦਾ ਉਹਨਾਂ ਦਾ ਜੀਵਨ ਹੈ, ਜਿਵੇਂ ਦਾ ਲੋਕਾਂ ਦਾ ਜੀਵਨ ਹੈ। ਜਦੋਂ ਅਸੀਂ ਉਹਨਾਂ ਦੇ ਜੀਵਨ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲ ਲੈਂਦੇ ਹਾਂ ਤੇ ਫਿਰ ਅਸੀਂ ਲੋਕਾਚਾਰ ਕਰਦੇ ਹਾਂ। ਇਹ ਹੁਣ ਲੋਕਾਚਾਰ ਦੇ ਵਿੱਚ ਉਹ ਸਾਰੇ ਕੰਮ ਹੀ ਆ ਜਾਂਦੇ ਨੇ ਜਿਹੜੇ ਅਸੀਂ ਲੋਕਾਂ ਦੇ ਲਈ ਕਰਦੇ ਹਾਂ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਅਵਰ ਕਰਮ ਸਭ ਲੋਕਾਚਾਰ। ਬਿਨਾਂ ਸਤ ਸੰਗਤ ਦੇ ਵਿੱਚ ਆਏ ਤੋਂ, ਬਿਨਾਂ ਨਾਮ ਦਾ ਅਭਿਆਸ ਕੀਤੇ ਤੋਂ, ਬਿਨਾਂ ਨਿਤਨੇਮ ਕੀਤੇ ਤੋਂ, ਬਿਨਾਂ ਗੁਰੂ ਦੇ ਗਿਆਨ ਦੀ ਪ੍ਰਾਪਤੀ ਤੋਂ ਨਾ ਬਾਕੀ ਜਿਤਨੇ ਪ੍ਰਕਾਰ ਦੇ ਵੀ ਅਸੀਂ ਕੰਮ ਕਰਦੇ ਹਾਂ ਨਾ, ਉਹ ਸਾਰੇ ਦੇ ਸਾਰੇ ਜਿਹੜੇ ਨੇ ਉਹ ਲੋਕਾਚਾਰ ਨੇ। ਲੋਕਾਂ ਦੇ ਵਾਸਤੇ ਕਰਦੇ ਹਾਂ ਅਸੀਂ, ਤੇ ਲੋਕ ਨੇ ਜਿਹੜੇ ਉਹ ਸਾਡੇ ਨਾਲ ਜੁੜੇ ਰਹਿਣ ਇਸ ਲਈ ਕਰਦੇ ਹਾਂ। ਚਲੋ ਆਪਣੇ ਧਰਮ ਦੀ ਗੱਲ ਮੈਂ ਨਹੀਂ ਕਰਦਾ, ਥੋੜ੍ਹਾ ਮੈਨੂੰ ਵੀ ਇਹ ਚੰਗਾ ਨਹੀਂ ਲੱਗਦਾ। ਚਲੋ ਦੂਜੇ ਧਰਮ ਦੀ ਗੱਲ ਕਰਕੇ ਤੇ ਆਪਾਂ ਗੱਲ ਸਮਝ ਲੈਂਦੇ ਹਾਂ। ਜਿਵੇਂ ਸਨਾਤਨ ਧਰਮ ਦੇ ਵਿੱਚ ਹੋਮ ਕੀਤੇ ਜਾਂਦੇ ਨੇ, ਇਹ ਲੋਕਾਚਾਰ ਹੈ। ਵੇਦਾਂ ਸ਼ਾਸਤਰਾਂ ਦਾ ਪਾਠ ਕੀਤਾ ਜਾਂਦਾ, ਇਹ ਲੋਕਾਚਾਰ ਹੈ। ਇਹ ਕਿਹਦੇ ਵਾਸਤੇ ਕੀਤਾ? ਲੋਕਾਂ ਵਾਸਤੇ, ਤੇ ਆਪ ਵਾਸਤੇ ਨਹੀਂ ਕੀਤਾ। ਇਸੇ ਤਰ੍ਹਾਂ
ਜੋ ਅਸੀਂ ਗੁਰੂ ਘਰ ਤੋਂ ਤਨਖਾਹ ਲੈਂਦੇ ਹਾਂ, ਕਥਾ ਵਿਚਾਰਾਂ ਕਰਦੇ ਹਾਂ, ਤੇ ਇਹ ਮੈਂ ਕਿਹਦੇ ਵਾਸਤੇ ਕਰਦਾ? ਲੋਕਾਂ ਵਾਸਤੇ, ਆਪ ਵਾਸਤੇ ਨਹੀਂ ਕਰਦਾ। ਫਿਰ ਆਪ ਵਾਸਤੇ ਕਿਵੇਂ ਹੋਏਗਾ? ਜੋ ਮੈਂ ਆਖਦਾ ਉਹਨਾਂ ਦੇ ਉੱਤੇ ਆਪ ਪੂਰਾ ਤੁਲਾਂ, ਫਿਰ ਆਪ ਵਾਸਤੇ ਹੋਏਗਾ। ਮੇਰੇ ਖਿਆਲ ਗੱਲ ਪਕੜ ਵਿੱਚ ਆ ਗਈ ਹੋਣੀ ਹੈ। ਜੋ ਕਥਾ ਵਿਚਾਰਾਂ ਆਪਾਂ ਕਰ ਰਹੇ ਹਾਂ, ਜੋ ਗਿਆਨ ਇੱਥੇ ਗੁਰੂ ਮਹਾਰਾਜ ਜੀ ਤੋਂ ਆਪਾਂ ਪ੍ਰਾਪਤ ਕਰਦੇ ਹਾਂ, ਇਹ ਸਾਰਿਆਂ ਦਾ ਹੱਕ ਹੈ। ਇੱਥੇ ਇਹ ਨਹੀਂ ਵੀ ਤੁਹਾਡੇ ਵਾਸਤੇ ਹੈਗਾ ਤੇ ਮੇਰੇ ਵਾਸਤੇ ਨਹੀਂ ਹੈਗਾ, ਤੁਹਾਡੇ ਵਾਸਤੇ ਜ਼ਰੂਰੀ ਹੈ ਤੇ ਮੇਰੇ ਵਾਸਤੇ ਜ਼ਰੂਰੀ ਨਹੀਂ, ਇਹ ਗੱਲ ਨਹੀਂ। ਜੇ ਮੈਂ ਇਹ ਸਮਝਦਾ ਵੀ ਤੁਹਾਡੇ ਵਾਸਤੇ ਜ਼ਰੂਰੀ ਹੈ ਤੇ ਫਿਰ ਮੈਂ ਲੋਕਾਚਾਰੀ ਕਰ ਲਿਆ। ਇਹ ਜਿਤਨਾ ਆਪ ਜੀ ਦੇ ਲਈ ਜ਼ਰੂਰੀ ਹੈ ਉਤਨਾ ਹੀ ਮੇਰੇ ਲਈ ਜ਼ਰੂਰੀ ਹੈ। ਅਵਰ ਕਰਮ ਸਭ ਲੋਕਾਚਾਰ। ਇਸ ਤਰ੍ਹਾਂ ਅਸੀਂ ਆਪਣੇ ਕਹੇ ਹੋਏ ਦੇ ਉੱਤੇ ਜਦੋਂ ਅਮਲ ਨਹੀਂ ਕਰਦੇ, ਆਪ ਉਸ ਤਰ੍ਹਾਂ ਜੀਵਨ ਨੂੰ ਨਹੀਂ ਪਰਿਵਰਤਨ ਕਰਦੇ, ਆਪ ਦੇ ਜੀਵਨ ਦਾ ਸੁਧਾਰ ਨਹੀਂ ਕਰਦੇ, ਤੇ ਫਿਰ ਇਹ ਲੋਕਾਚਾਰ ਹਨ ਜੀ। ਮਿਲ ਸਾਨੂ ਸੰਗ ਹੋਏ ਉਧਾਰ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਫਿਰ ਇਸ ਦੀ ਸੋਝੀ ਕਿਵੇਂ ਆਵੇ, ਸਾਨੂੰ ਇਸ ਦਾ ਗਿਆਨ ਕਿਵੇਂ ਆਵੇ ਕਿ ਅਸੀਂ ਲੋਕਾਚਾਰ ਹੀ ਕਰਦੇ ਹਾਂ, ਆਪ ਵਾਸਤੇ ਤਾਂ ਕੁਝ ਕਰ ਹੀ ਨਹੀਂ ਰਹੇ, ਆਪ ਦੇ ਭਲੇ ਲਈ ਕੁਝ ਕਰ ਹੀ ਨਹੀਂ ਰਹੇ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਿਨ੍ਹੇ ਆਪਣੇ ਮਨ ਨੂੰ ਸਾਧ ਦਿਆ ਨਾ, ਉਹਦੀ ਸੰਗਤ ਸਾਨੂੰ ਪ੍ਰਾਪਤ ਹੋ ਜਾਵੇ। ਮਿਲ ਸਾਧੂ ਸੰਗ ਹੋਏ ਉਧਾਰ। ਸਾਧੂ ਸਰੂਪ ਗੁਰਬਾਣੀ ਹੈ, ਗੁਰਬਾਣੀ ਦੀ ਸੰਗਤ ਸਾਨੂੰ ਪ੍ਰਾਪਤ ਹੋ ਜਾਵੇ, ਅਸੀਂ ਗੁਰਬਾਣੀ ਤੋਂ ਗਿਆਨ ਦੀ ਪ੍ਰਾਪਤੀ ਕਰੀਏ ਤੇ ਫਿਰ ਭਾਈ ਸਾਡਾ ਵੀ ਭਲਾ ਹੋ ਜਾਂਦਾ ਹੈ ਜੀ। ਸਿਮਰਤ ਸਾਸਤ ਵੇਦ ਵਿਚਾਰੇ। ਹੁਣ ਜੋ ਪਿਛਲੀ ਪੌੜੀ ਦੇ ਵਿੱਚ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਸਾਨੂੰ ਦੱਸਿਆ ਨਾ, ਅਵਰ ਕਰਮ ਸਭ ਲੋਕਾਚਾਰ, ਮਿਲ ਸਾਧੂ ਸੰਗ ਹੋਏ ਉਧਾਰ, ਉਹਦਾ ਚੰਗੀ ਤਰ੍ਹਾਂ ਖੁਲਾਸਾ ਕਰਦੇ ਨੇ। ਹੁਣ ਗੁਰੂ ਮਹਾਰਾਜ ਜੀ ਇੱਥੇ ਸਾਨੂੰ ਦੱਸਦੇ ਨੇ, ਸਿਮਰਤ 27 ਸਿਮਰਤੀਆਂ ਨੇ, ਉਹ ਵੀ ਮੈਂ ਪੜ੍ਹ ਲਈਆਂ ਨੇ। ਸ਼ਾਸਤ 6 ਸ਼ਾਸਤਰ ਨੇ, ਉਹ ਵੀ ਮੈਂ ਪੜ੍ਹਦੇ ਨੇ। ਵੇਦ 4 ਵੇਦ ਨੇ, ਉਹ ਵੀ ਮੈਂ ਪੜ੍ਹ ਲਏ ਨੇ। ਵਿਚਾਰੇ ਦਾ ਅਰਥ ਇਹਨਾਂ ਸਾਰਿਆਂ ਨੂੰ ਮੈਂ ਵਿਚਾਰਨਾ ਕੀਤਾ ਹੈ ਜੀ। ਜਪਿਐ ਨਾਮ ਚਿਤ ਪਾਰ ਉਤਾਰੇ। ਸਿਮਰਤੀਆਂ ਨੂੰ ਵੀ ਪੜ੍ਹ ਲਿਆ, ਸ਼ਾਸਤਰਾਂ ਨੂੰ ਵੀ ਪੜ੍ਹ ਲਿਆ ਤੇ ਵੇਦਾਂ ਨੂੰ ਵੀ ਪੜ੍ਹ ਲਿਆ ਤੇ ਇਹਨਾਂ ਨੂੰ ਵਿਚਾਰ ਵੀ ਲਿਆ ਏ। ਪਰ ਇਹਨਾਂ ਨੂੰ ਵਿਚਾਰ ਕੇ ਮੈਂ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਜਪਿਆ ਤੇ ਫਿਰ ਮੇਰਾ ਭਲਾ ਨਹੀਂ ਹੋਏਗਾ। ਜਪੀਏ ਨਾਮ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਚੰਗੀ ਗੱਲ ਏ। ਮਨ ਸਮਝਾਵਨ ਕਾਰਨੇ ਕਛੁਕ ਪੜ੍ਹੀਏ ਗਿਆਨ। ਗਿਆਨ ਦੀ ਪ੍ਰਾਪਤੀ ਦੇ ਲਈ ਕੁਝ ਨਾ ਕੁਝ ਤੇ ਪੜ੍ਹਨਾ ਪਏਗਾ ਨਾ, ਸਾਨੂੰ ਗਿਆਨ ਆਵੇ, ਸਾਨੂੰ ਸੋਝੀ ਆਵੇ। ਪਰ ਭਲਾ ਹੀ ਜਿਹੜਾ ਉਹ ਨਾਮ ਦੇ ਅਭਿਆਸ ਦੇ ਨਾਲ ਹੋਏਗਾ, ਨਾਮ ਦੇ ਅਭਿਆਸ ਤੋਂ ਬਿਨਾਂ ਭਲਾ ਨਹੀਂ ਹੋਏਗਾ। ਜਪੀਏ ਨਾਮ ਜਿਤ ਪਾਰ ਉਤਾਰੇ। ਉਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਜਪਣਾ ਕਰੀਏ। ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਸਾਡਾ ਜੀਵਨ ਹੈ ਜਿਹੜਾ ਇਹ ਸਫਲ ਹੁੰਦਾ। ਹੁਣ ਇੱਥੇ ਇੱਕ ਗੱਲ ਹੋਰ ਵੀ ਮੈਂ ਦੱਸਣੀ ਚਾਹੁੰਦਾ। ਜਿਵੇਂ ਕਿਸੇ ਦੇ ਮਨ ਦੇ ਵਿੱਚ ਖਿਆਲ ਆ ਗਿਆ, ਭਈ ਅਸੀਂ ਬਾਣੀ ਪੜ੍ਹਦੇ ਹਾਂ, ਜਪਜੀ ਸਾਹਿਬ ਪੜ੍ਹਦੇ ਹਾਂ, ਜਾਪ ਸਾਹਿਬ ਪੜ੍ਹਦੇ ਹਾਂ, ਤੇ ਫਿਰ ਅਸੀਂ ਸ਼ਾਇਦ ਨਾਮ ਨਹੀਂ ਜਪਦੇ। ਨਹੀਂ, ਜਾਪ ਸਾਹਿਬ ਦੇ ਅੰਦਰ ਸਾਰੀ ਉਸ ਪ੍ਰਭੂ ਪਰਮਾਤਮਾ ਦੇ ਨਾਮ ਨੇ, ਉਸ ਵਾਹਿਗੁਰੂ ਦੇ ਨਾਮ ਨੇ। ਅਸੀਂ ਜਦੋਂ ਜਾਪ ਸਾਹਿਬ ਪੜ੍ਹਦੇ ਹਾਂ ਤੇ ਉਸ ਪਰਮਾਤਮਾ ਦੀ ਵਡਿਆਈ ਕਰਦੇ ਹਾਂ, ਉਸ ਦੇ ਨਾਮ ਨੇ ਜਿਹੜੇ, ਉਹਨਾਂ ਦਾ ਜਾਪ ਕਰਦੇ ਹਾਂ। ਜਪਜੀ ਸਾਹਿਬ ਦੇ ਅੰਦਰ ਵੀ ਉਸ ਪ੍ਰਭੂ ਪਰਮਾਤਮਾ ਦੇ ਨਾਮ ਨੇ। ਤੂੰ ਸਦਾ ਸਲਾਮਤ ਨਿਰੰਕਾਰ, ਉਹ ਪ੍ਰਭੂ ਪਰਮਾਤਮਾ ਦਾ ਨਾਮ ਹੈ। ਕੋਈ ਵੀ ਪੌੜੀ ਇਸ ਤਰ੍ਹਾਂ ਦੀ ਨਹੀਂ ਹੋਏਗੀ ਜਿੱਥੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਸਾਨੂੰ ਸਿੱਖਿਆ ਦੇ ਕੇ, ਗਿਆਨ ਦੇ ਕੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਹੈ ਜਿਹੜਾ ਉਹ ਨਹੀਂ ਜਪਾਇਆ। ਜਿੱਥੇ ਸਾਨੂੰ ਗੁਰੂ ਮਹਾਰਾਜ ਜੀ ਸਿੱਖਿਆ ਦਿੰਦੇ ਨੇ ਨਾ, ਉੱਥੇ ਵੇਖੋ ਹਰ ਪੌੜੀ ਦੇ ਅੰਤ ਦੇ ਵਿੱਚ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਨਾਮ ਆਉਂਦਾ, ਇਹ ਵੀ ਉਸ ਪ੍ਰਭੂ ਪਰਮਾਤਮਾ ਦਾ ਨਾਮ ਹੈ, ਨਿਰੰਕਾਰ ਦਾ ਨਾਮ ਹੈ। ਤੇ ਜਦੋਂ ਅਸੀਂ ਪੌੜੀ ਦੇ ਵਿੱਚੋਂ ਸਿੱਖਿਆ ਪ੍ਰਾਪਤ ਕਰਕੇ ਤੇ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਦਾ ਨਾਮ ਲੈਂਦੇ, ਇਹ ਵੀ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ। ਜਪੀਏ ਨਾਮ ਜਿਤ ਪਾਰ ਉਤਾਰੇ। ਇਸ ਤਰ੍ਹਾਂ ਅਸੀਂ ਪ੍ਰਭੂ ਪਰਮਾਤਮਾ ਦਾ ਨਾਮ ਜੋ ਧੰਨ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੋਇਆ ਵਾਹਿਗੁਰੂ, ਇਹਨੂੰ ਵੀ ਜਪਣਾ ਕਰੀਏ। ਤੇ ਧੰਨ ਗੁਰਬਾਣੀ ਦੇ ਅੰਦਰ ਵੀ ਉਸ ਪ੍ਰਭੂ ਪਰਮਾਤਮਾ ਦੇ ਬੇਅੰਤ ਨਾਮ ਨੇ, ਇਹਨਾਂ ਨੂੰ ਵੀ ਜਪਣਾ ਕਰੀਏ। ਇਸ ਦੇ ਨਾਲ ਸਾਡਾ ਪਾਰ ਉਤਾਰਾ ਹੁੰਦਾ ਹੈ। ਜਿੱਥੇ ਅਸੀਂ ਗਿਆਨ ਲੈਣਾ ਗੁਰੂ ਗ੍ਰੰਥ ਸਾਹਿਬ ਜੀ ਤੋਂ, ਉੱਥੇ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਵੀ ਜਾਪ ਕਰਨਾ ਹੈ ਜੀ। ਜਨ ਨਾਨਕ ਕੋ ਪ੍ਰਭ ਕਿਰਪਾ ਕਰੀਐ। ਇਹ ਆਖਰੀ ਪੌੜੀ ਹੈ। ਇਹਦੇ ਵਿੱਚ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਅਰਦਾਸ ਬੇਨਤੀ ਕੀਤੀ ਉਸ ਪ੍ਰਭੂ ਪਰਮਾਤਮਾ ਦੇ ਅੱਗੇ, ਹੇ ਸੱਚੇ ਸਤਿਗੁਰ ਜੀ ਕਿਰਪਾ ਕਰੋ, ਰਹਿਮਤ ਕਰੋ ਸਾਡੇ ਦਾਸਾਂ ਦੇ ਉੱਪਰ ਜੀ।
ਸਾਧੂ ਧੂੜ। ਸਾਧੂ ਧੂਰ ਮਿਲੈ ਨਿਸਤਰੀਐ। ਤੇ ਆਪ ਜੀ ਦੀ ਕਿਰਪਾ ਰਹਿਮਤ ਹੋ ਜੇ ਤੇ ਸੁਧਰੇ ਹੋਏ ਮਨੁੱਖ ਦੇ ਚਰਨਾਂ ਦੀ ਖਾਕ ਧੂੜ ਮਿਲ ਜਾਵੇ ਤੇ ਉਸ ਦੇ ਨਾਲ ਸਾਡਾ ਵੀ ਭਲਾ ਹੋ ਜਾਵੇ। ਜਿਹਨੇ ਆਪਣੇ ਮਨ ਨੂੰ ਸਾਧਿਆ ਹੋਇਆ ਹੈ, ਜਿਹੜਾ ਤੇਰੇ ਨਾਮ ਦੇ ਨਾਲ ਜੁੜਿਆ ਹੈ, ਨਾਮ ਦਾ ਅਭਿਆਸ ਕਰਦਾ ਹੈ, ਉਹਦੇ ਚਰਨਾਂ ਦੀ ਧੂੜ ਮਿਲ ਜਾਵੇ ਤੇ ਸਾਡਾ ਵੀ ਭਲਾ ਹੋ ਜਾਵੇ ਜੀ। ਬਿਲਾਵਲ ਮਹੱਲਾ ਪੰਜਵਾ। ਗੁਰ ਕਾ ਸ਼ਬਦ ਹਿਰਦੈ ਮੈਂ ਚੀਨਾ। ਧੰਨ ਗੁਰੂ ਅਰਜਨ ਦੇਵ ਜੀ ਨੇ ਪਿਛਲੇ ਸ਼ਬਦ ਦੇ ਵਿੱਚ ਵੱਡੀ ਵਡਿਆਈ ਕੀਤੀ ਸੀ। ਗੁਰੂ ਮਹਾਰਾਜ ਜੀ ਤੇ ਸੱਚੇ ਸਤਿਗੁਰ ਇਸ ਪਾਵਨ ਸ਼ਬਦ ਦੇ ਅੰਦਰ ਗੁਰੂ ਦੇ ਸ਼ਬਦ ਦੀ ਵਡਿਆਈ ਕਰਦੇ ਨੇ। ਸ਼ਬਦ ਦਾ ਅਰਥ ਉਪਦੇਸ਼ ਹੈ। ਸ਼ਬਦ ਦਾ ਅਰਥ ਗੁਰੂ ਮਹਾਰਾਜ ਜੀ ਦੁਆਰਾ ਬਖਸ਼ਿਸ਼ ਕੀਤਾ ਸ਼ਬਦ ਵਾਹਿਗੁਰੂ ਹੈ। ਸ਼ਬਦ ਦਾ ਅਰਥ ਜੋ ਆਪਾਂ ਇਹ ਸ਼ਬਦ ਪੜ੍ਹ ਰਹੇ ਹਾਂ, ਜਿੰਦੀਆਂ ਵਿਚਾਰਾਂ ਕਰਦੇ ਹਾਂ, ਇਹ ਵੀ ਹੈ। ਗੁਰ ਕਾ ਸ਼ਬਦ ਹਿਰਦੇ ਮੈਂ ਚੀਨਾ। ਸੱਚੇ ਸਤਿਗੁਰ ਨੇ ਜੋ ਸਾਨੂੰ ਉਪਦੇਸ਼ ਦਿੱਤਾ ਹੈ, ਉਸ ਨੂੰ ਵੀ ਅਸੀਂ ਹਿਰਦੇ ਦੇ ਵਿੱਚ ਸਮਝਣਾ ਹੈ। ਧੰਨ ਗੁਰੂ ਮਹਾਰਾਜ ਜੀ ਨੇ ਜੋ ਸਾਨੂੰ ਵਾਹਿਗੁਰੂ ਨਾਮ ਦਿੱਤਾ ਹੈ ਸ਼ਬਦ ਰੂਪ ਦੇ ਵਿੱਚ ਜਪਣ ਵਾਸਤੇ, ਇਸ ਨੂੰ ਵੀ ਅਸੀਂ ਹਿਰਦੇ ਦੇ ਵਿੱਚ ਜਪਣਾ ਹੈ ਜੀ। ਸਗਲ ਮਨੋਰਥ ਪੂਰਨ ਆਸੀਨਾ। ਤੇ ਗੁਰਮੁਖ ਪਿਆਰਾ ਹੈ, ਜਿਹਨੇ ਸੱਚੇ ਸਤਿਗੁਰ ਦੇ ਨਾਮ ਨੂੰ ਹਿਰਦੇ ਦੇ ਵਿੱਚ ਜਪਣਾ ਕੀਤਾ, ਉਹਦੇ ਮਨ ਦੇ ਜਿਹੜੇ ਮਨੋਰਥ ਨੇ ਉਹ ਸਾਰੇ ਪੂਰੇ ਹੋ ਜਾਂਦੇ ਨੇ। ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਉਹਨੂੰ ਉਹਦੇ ਅੰਦਰ ਦੀ ਆਸ ਨੂੰ ਭਾਗ ਲਾਉਂਦੇ ਨੇ। ਗੁਰੂ ਜੀ ਰਹਿਮਤ ਕਰਦੇ ਨੇ, ਗੁਰ ਕਾ ਸ਼ਬਦ ਹਿਰਦੇ ਮੈਂ ਚੀਨਾ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਗੁਰੂ ਦੇ ਸ਼ਬਦ ਦੀ ਹਿਰਦੇ ਦੇ ਵਿੱਚ ਆਰਾਧਨਾ ਕੀਤੀ ਹੈ, ਨਾਮ ਦਾ ਅਭਿਆਸ ਕੀਤਾ, ਸਗਲ ਮਨੋਰਥ, ਉਹਨਾਂ ਦੇ ਸਾਰੇ ਮਨੋਰਥ ਨੇ ਜਿਹੜੇ ਉਹ ਪੂਰੇ ਹੁੰਦੇ ਨੇ। ਪੂਰਨ ਆਸੀਨਾ। ਸੱਚਾ ਸਤਿਗੁਰ ਪਰਿਪੂਰਨ ਹੈ। ਗੁਰੂ ਮਹਾਰਾਜ ਜੀ ਦਾ ਨਾਮ ਪੂਰਾ ਹੈ। ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਉ। ਪੂਰੇ ਨਾਉ ਵਾਲਾ ਪ੍ਰਭੂ ਪਰਮਾਤਮਾ, ਉਸ ਦੀ ਜਦੋਂ ਆਰਾਧਨਾ ਕਰਦੇ ਹਾਂ ਤੇ ਉਹ ਸਾਨੂੰ ਸੀਨੇ ਦੇ ਨਾਲ ਲਾ ਲੈਂਦਾ ਹੈ ਜੀ। ਸੰਤ ਜਨਾ ਕਾ ਮੁਖ ਉਜਲ ਕੀਨਾ। ਜਿਹੜੇ ਗੁਰਮੁਖ ਪਿਆਰੇ ਸਾਧੂ ਸੰਤ ਪ੍ਰਭੂ ਪਰਮਾਤਮਾ ਦੇ ਨਾਮ ਦੇ ਅਭਿਆਸ ਕਰਕੇ ਉਸ ਦੇ ਤੱਕ ਅਪਰੋਚ ਬਣਾ ਲੈਂਦੇ ਨੇ, ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਉਹਨਾਂ ਦੇ ਮੁਖ ਪਵਿੱਤਰ ਹੋ ਜਾਂਦੇ ਹਨ। ਕਰ ਕਿਰਪਾ ਆਪਣਾ ਨਾਮ ਦੀਨਾ। ਤੇ ਕਿਰਪਾ ਕਰਦਾ, ਰਹਿਮਤ ਕਰਦਾ, ਆਪਣੇ ਗੁਰਸਿੱਖਾਂ ਤੇ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰਦਾ ਹੈ ਜੀ। ਰਹਾਉ ਅੰਧ ਕੂਪ ਤੇ ਕਰ ਗਹਿ ਲੀਨਾ। ਅੱਗੇ ਵਿਸ਼ਰਾਮ ਲਾ ਕੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਅੰਧ ਕੂਪ ਨੂੰ ਆਖਿਆ ਜਾਂਦਾ ਹੈ। ਅਸੀਂ ਵੇਖਦੇ ਹਾਂ ਖੂਹਾਂ ਦੇ ਉੱਤੇ ਨਾ ਇੱਕ ਮਣ ਜੀ ਬਣੀ ਹੁੰਦੀ ਹੈ, 2 ਫੁੱਟ ਉੱਚੀ ਕੰਧ ਬਣਾਈ ਹੁੰਦੀ। ਉਹ ਇਸ ਵਾਸਤੇ ਵੀ ਅਸੀਂ ਜਦੋਂ ਤੁਰੇ ਜਾਂਦੇ ਹਾਂ ਕਿਤੇ ਅਚਨਚੇਤ ਇਸ ਖੂਹ ਦੇ ਵਿੱਚ ਨਾ ਡਿੱਗ ਪਈਏ। ਤੇ ਇਸ ਦੀਵਾਰ ਦੇ ਨਾਲ ਸਾਨੂੰ ਦੂਰ ਹੀ ਪਤਾ ਲੱਗ ਜਾਂਦਾ ਵੀ ਜੋ ਗੋਲ ਗੋਲ ਦੀਵਾਰ ਕੱਢੀ ਹੈ ਇਹ ਖੂਹ ਹੈ, ਤੇ ਜਿੰਦੇ ਤੇ ਨਾ ਕੱਢੀ ਹੋਵੇ ਉਹਨੂੰ ਅੰਨਾ ਖੂਹ ਆਖਿਆ ਜਾਂਦਾ ਹੈ। ਦੂਜਾ ਅੰਧ ਖੂਹ, ਅੰਨਾ ਖੂਹ ਉਹਨੂੰ ਆਖਿਆ ਜਾਂਦਾ ਜਿੰਦੇ ਅੰਦਰ ਹਨੇਰਾ ਹੀ ਹਨੇਰਾ ਹੋਵੇ, ਜਿੰਦੇ ਡੰਗਾਈ ਦੇ ਵਿੱਚ ਕੋਈ ਵੀ ਸਮਝ ਨਾ ਆਵੇ। ਅੰਧ ਕੂਪ ਤੇ ਕਰ ਗਹਿ ਲੀਨਾ। ਕਰ ਕਹਿੰਦੇ ਨੇ ਹੱਥ ਨੂੰ, ਗਹਿ ਕਹਿੰਦੇ ਨੇ ਪਕੜ ਨੂੰ, ਤੇ ਲੀਨਾ ਗੁਰੂ ਕਿਰਪਾ ਕਰਦਾ ਆਪਣੇ ਗੁਰਸਿੱਖਾਂ ਨੂੰ। ਅਸੀਂ ਜੋ ਅਗਿਆਨਤਾ ਦੇ ਅੰਨੇ ਖੂਹ ਦੇ ਵਿੱਚ ਡਿੱਗੇ ਹਾਂ, ਬਾਂਹ ਫੜ ਕੇ ਸਾਨੂੰ ਕੱਢ ਲੈਂਦਾ ਹੈ ਜੀ। ਜੈ ਜੈਕਾਰ ਜਗਤ ਪ੍ਰਗਟੀਨਾ। ਜਿਹੜੇ ਗੁਰਮੁਖ ਪਿਆਰੇ ਤੇ ਗੁਰੂ ਦੀ ਇਤਨੀ ਵੱਡੀ ਬਖਸ਼ਿਸ਼ ਹੋ ਜਾਂਦੀ ਹੈ, ਗੁਰੂ ਆਪ ਬਾਂਹ ਫੜ ਕੇ ਇਸ ਅਗਿਆਨਤਾ ਦੇ ਅੰਨੇ ਖੂਹ ਦੇ ਵਿੱਚੋਂ ਬਾਹਰ ਕੱਢ ਲੈਂਦਾ। ਫਿਰ ਸੰਸਾਰ ਦੇ ਵਿੱਚ ਉਹਦੀ ਜੈ ਜੈਕਾਰ ਹੁੰਦੀ ਹੈ। ਤੇ ਪ੍ਰਗਟੀਨਾ ਦਾ ਅਰਥ ਹੁੰਦਾ ਪ੍ਰਗਟ ਹੋਣਾ। ਉਹ ਗੁਰਮੁਖ ਪਿਆਰਾ ਫਿਰ ਸੰਸਾਰ ਦੇ ਵਿੱਚ ਜੈ ਜੈਕਾਰ ਦੇ ਨਾਲ ਪ੍ਰਗਟ ਹੁੰਦਾ ਹੈ ਜੀ। ਨੀਚਾ ਤੇ ਊਚ ਊਣ ਪੂਰੀਨਾ। ਜੇ ਉਹ ਨੀਚ ਜਾਤੀ ਦੇ ਵਿੱਚ ਹੋਵੇ ਤੇ ਉਹਨੂੰ ਉੱਚ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਵੇਂ ਧੰਨ ਗੁਰਬਾਣੀ ਦੇ ਅੰਦਰ ਭਗਤ ਆਉਂਦੇ ਨੇ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ। ਇਹਨਾਂ ਨੂੰ ਉਸ ਸਮੇਂ ਦੇ ਜਿਹੜੇ ਲੋਕ ਸਨ ਉੱਚੀਆਂ ਜਾਤੀਆਂ ਵਾਲੇ, ਉਹ ਦੁਦਕਾਰਿਆ ਕਰਦੇ ਸਨ, ਇਹਨਾਂ ਨੂੰ ਝਿੜਕਿਆ ਕਰਦੇ ਸਨ। ਇੱਥੋਂ ਤੱਕ ਕਿ ਮੰਦਰਾਂ ਦੇ ਵਿੱਚ ਵੀ ਜਾਣ ਦੀ ਇਹਨਾਂ ਨੂੰ ਮਨਾਹੀ ਸੀ। ਤੇ ਅਖੀਰ ਜਦੋਂ ਸੱਚੇ ਸਤਿਗੁਰ ਨੇ ਇਹਨਾਂ ਦੀ ਜੈ ਜੈਕਾਰ ਕੀਤੀ, ਇਹਨਾਂ ਨੂੰ ਪ੍ਰਗਟ ਕੀਤਾ, ਤੇ ਫਿਰ ਇਹਨਾਂ ਨੂੰ ਉੱਚ ਪਦਵੀ ਦੀ ਪ੍ਰਾਪਤੀ ਹੋਈ। ਜਿਹੜੇ ਬ੍ਰਾਹਮਣ ਇਹਨਾਂ ਨੂੰ ਦੁਦਕਾਰਿਆ ਕਰਦੇ ਸਨ, ਉਹ ਫਿਰ ਇਹਨਾਂ ਦੇ ਪੈਰਾਂ ਤੇ ਆਣ ਕੇ ਡਿੱਗਿਆ ਕਰਦੇ ਸਨ। ਨੀਚਾ ਤੇ ਊਚ ਊਣ। ਊਣ ਦਾ ਅਰਥ ਹੁੰਦਾ ਹੈ ਊਣਤਾਈ, ਪੁਰੀਨਾ। ਗੁਰੂ ਕਿਰਪਾ ਕਰਦਾ ਆਪਣੇ ਗੁਰਸਿੱਖ ਨੂੰ, ਜਦੋਂ ਬਖਸ਼ਿਸ਼ਾ ਕਰਦਾ ਉਹਦੇ ਅੰਦਰ ਗਿਆਨ ਦੀ ਜੋ ਘਾਟ ਹੁੰਦੀ ਉਹ ਪੂਰੀ ਕਰ ਦਿੰਦਾ ਹੈ ਜੀ।
ਅੰਮ੍ਰਿਤ ਨਾਮ ਮਹਾ ਰਸ ਲੀਨਾ। ਉਸ ਪ੍ਰਭੂ ਪਰਮਾਤਮਾ ਦਾ ਨਾਮ ਅੰਮ੍ਰਿਤ ਹੈ ਤੇ ਨਾਮ ਅੰਮ੍ਰਿਤ ਜਪਣ ਦੇ ਨਾਲ ਸਭ ਤੋਂ ਸ੍ਰੇਸ਼ਟ ਮਹਾਨ ਰਸ ਜਿਹੜਾ ਨਾਮ ਦਾ ਇਹ ਲੈ ਲੈਂਦੇ ਹਨ। ਮਨ ਤਨ ਨਿਰਮਲ ਪਾਪ ਜਲ ਖੀਨਾ। ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਮਨ ਤੇ ਤਨ ਦੋਵੇਂ ਹੀ ਪਵਿੱਤਰ ਹੋ ਗਏ ਨੇ। ਨਿਰ ਨਹੀਂ ਤੇ ਮਲ ਦਾ ਅਰਥ ਹੈ ਮੈਲ। ਮਨ ਤੇ ਤਨ ਨੂੰ ਹੁਣ ਮੈਲ ਨਹੀਂ ਰਹੀ। ਪਾਪ ਜਲ ਖੀਨਾ, ਜਲ ਕਹਿੰਦੇ ਨੇ ਪਾਣੀ ਨੂੰ। ਜਿਵੇਂ ਸਾਡੇ ਸਰੀਰ ਦੇ ਨਾਲ ਪਾਣੀ ਹੈ ਜਿਹੜਾ, ਇਹਦੀ ਮੈਲ ਦੂਰ ਕੀਤੀ ਜਾ ਸਕਦੀ। ਜਲ ਦੇ ਨਾਲ ਸਰੀਰ ਦੀ ਮੈਲ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਪ੍ਰਭੂ ਪਰਮਾਤਮਾ ਦਾ ਨਾਮ ਹੈ ਜਿਹੜਾ, ਇਹ ਸਾਡੇ ਮਨ ਦੀ ਮੈਲ ਨੂੰ ਦੂਰ ਕਰਦਾ ਹੈ। ਤਨ ਮਨ ਨਿਰਮਲ ਸੱਚੇ ਸਤਿਗੁਰ ਦੇ ਨਾਮ ਦੇ ਵਿੱਚ ਇਹ ਵੱਡੀ ਵਡਿਆਈ ਹੈ। ਨਾਮ ਜਪਣ ਦੇ ਨਾਲ ਜਿਹੜੀ ਪਾਪ ਦੀ ਮੈਲ ਹੈ, ਜਲ ਕੀਨਾ, ਜਿਵੇਂ ਜਲ ਦੇ ਨਾਲ ਸਾਫ਼ ਹੁੰਦਾ ਹੈ ਵਸਤਰ ਆਦਿਕ, ਉਵੇਂ ਸਾਡੇ ਤਨ ਤੇ ਮਨ ਦੀ ਮੈਲ ਨੂੰ ਨਾਮ ਦੂਰ ਕਰ ਦਿੰਦਾ ਹੈ ਜੀ। ਕਹੋ ਨਾਨਕ ਪ੍ਰਭ ਭਈ ਪਰਸੀਨਾ। ਧੰਨ ਗੁਰੂ ਜੀ ਰਹਿਮਤ ਕਰਦੇ ਨੇ ਸੱਚੇ ਸਤਿਗੁਰ। ਇਹ ਸਾਰੀ ਕਿਰਿਆ ਜਿਹੜੀ ਹੈ ਨਾ, ਜਦੋਂ ਪ੍ਰਭੂ ਪਰਮਾਤਮਾ ਆਪ ਆਪਣੇ ਗੁਰਸਿੱਖ ਤੇ ਪ੍ਰਸੰਨ ਹੁੰਦਾ ਤੇ ਫਿਰ ਹੁੰਦੀ ਹੈ। ਪ੍ਰਭ ਭੈ ਪਰਸੀਨਾ ਦਾ ਅਰਥ ਹੈ ਪ੍ਰਸੰਨ ਹੋਣਾ, ਖੁਸ਼ ਹੋਣਾ। ਜਦੋਂ ਸੱਚੇ ਸਤਿਗੁਰ ਦੇ ਦਰ ਤੋਂ ਗੁਰਸਿੱਖ ਨੂੰ ਖੁਸ਼ੀਆਂ ਦੀ ਦਾਤ ਪ੍ਰਾਪਤ ਹੁੰਦੀ ਹੈ, ਫਿਰ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਕਿਰਪਾ ਕਰਦੇ ਨੇ। ਇਹ ਉੱਪਰ ਜੋ ਇਹ ਸ਼ਬਦ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਨਾਮ ਦੀ ਵੱਡੀ ਵਡਿਆਈ ਕਰਦੇ ਹੋਏ ਨਾਮ ਦੀ ਕਮਾਈ ਕਰਨ ਵਾਲਿਆਂ ਨੂੰ ਜੋ ਦਾਤਾਂ ਬਖਸ਼ਿਸ਼ ਕੀਤੀਆਂ ਨੇ, ਇਹ ਪ੍ਰਾਪਤ ਹੁੰਦੀਆਂ ਨੇ। ਤੇ ਗੁਰੂ ਕਿਵੇਂ ਪ੍ਰਸੰਨ ਹੁੰਦਾ ਹੈ? ਗੁਰੂ ਪ੍ਰਸੰਨ ਹੁੰਦਾ ਹੈ ਜਦੋਂ ਗੁਰੂ ਮਹਾਰਾਜ ਜੀ ਦੀ ਰਹਿਮਤ ਕਿਰਪਾ ਗੁਰਸਿੱਖ ਤੇ ਬਣ ਜਾਵੇ ਤੇ ਉਹ ਗੁਰੂ ਦੁਆਰਾ ਚਲਾਈ ਗਈ ਰਹਿਤ ਮਰਿਆਦਾ ਦੇ ਵਿੱਚ ਪੂਰਾ ਉਤਰੇ। ਫਿਰ ਗੁਰੂ ਕਿਰਪਾ ਕਰਦਾ, ਰਹਿਮਤ ਕਰਦਾ, ਗੁਰਸਿੱਖ ਤੇ ਪ੍ਰਸੰਨ ਹੁੰਦਾ ਹੈ। ਜਦੋਂ ਗੁਰੂ ਪ੍ਰਸੰਨ ਹੋ ਗਿਆ ਤੇ ਫਿਰ ਗੁਰੂ ਰਹਿਮਤ ਕਰਦਾ, ਕਿਰਪਾ ਕਰਦਾ। ਉਸ ਪ੍ਰਭੂ ਪਰਮਾਤਮਾ ਦਾ ਰੂਪ ਗੁਰੂ ਹੈ ਤੇ ਆਪ ਫਿਰ ਅੰਦਰ ਆਣ ਵਸਦਾ। ਧੰਨ ਗੁਰੂ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਨੂੰ ਸਿੱਖਾਂ ਨੇ ਸਵਾਲ ਕੀਤਾ ਸੀ, ਹੇ ਸੱਚੇ ਸਤਿਗੁਰ ਜੀ ਕਿਰਪਾ ਕਰੋ, ਸਾਡੀ ਇਹ ਸ਼ੰਕਾ ਦੂਰ ਕਰੋ। ਜੇ ਪੁਰਖ ਨਦਰ ਨ ਆਵੀ ਤਿਸ ਕਾ ਕਿਆ ਕਰ ਕਹਿਆ ਜਾਏ। ਜਿਹਨੂੰ ਤੁਸੀਂ ਆਨੇ ਹੋ ਪਰਮਾਤਮਾ ਨੂੰ ਯਾਦ ਕਰੋ, ਵਾਹਿਗੁਰੂ ਨੂੰ ਪਿਆਰ ਕਰੋ ਤੇ ਉਹਦਾ ਜਿਹੜਾ ਸਰੂਪ ਹੈ ਉਹ ਤਾਂ ਸਾਨੂੰ ਇਹਨਾਂ ਅੱਖਾਂ ਨਾਲ ਦਿਸਦਾ ਹੀ ਨਹੀਂ। ਫਿਰ ਅਸੀਂ ਦੱਸੋ ਕਿਵੇਂ ਕਰੀਏ? ਤੇ ਗੁਰੂ ਜੀ ਨੇ ਰਹਿਮਤ ਕੀਤੀ। ਗੁਰੂ ਜੀ ਨੇ ਆਖਿਆ, ਧੰਨ ਗੁਰੂ ਅਰਜਨ ਦੇਵ ਜੀ ਨੇ, ਤੁਸੀਂ ਨਾਮ ਜਪੋ, ਸਿਮਰਨ ਕਰੋ, ਬਾਣੀ ਪੜ੍ਹੋ ਤੇ ਇਸ ਦੇ ਨਾਲ ਗੁਰੂ ਕਿਰਪਾ ਕਰਦਾ। ਬਲਿਹਾਰੀ ਗੁਰ ਆਪਣੇ ਜਿਨ ਹਿਰਦੇ ਦਿੱਤਾ ਦਿਖਾਏ। ਅਸੀਂ ਗੁਰੂ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ, ਜਿਨ੍ਹਾਂ ਨੇ ਸੱਚੇ ਸਤਿਗੁਰ ਦਾ ਨਾਮ ਸਾਨੂੰ ਦੇ ਕੇ ਤੇ ਸਾਡੇ ਹਿਰਦੇ ਦੇ ਅੰਦਰ ਉਸ ਦਾ ਅਨੁਭਵ ਕਰਵਾ ਦਿੱਤਾ ਹੈ। ਜਦੋਂ ਗੁਰੂ ਪ੍ਰਸੰਨ ਹੁੰਦਾ, ਗੁਰਸਿੱਖ ਤੋਂ ਨਾਮ ਜਪਵਾ ਕੇ ਫਿਰ ਅੰਦਰ ਹਿਰਦੇ ਦੇ ਅਨੁਭਵ ਹੋ ਜਾਂਦਾ ਹੈ। ਇਹ ਗੁਰੂ ਦੀ ਵੱਡੀ ਵਡਿਆਈ ਹੈ, ਗੁਰੂ ਦੁਆਰਾ ਬਖਸ਼ਿਸ਼ ਕੀਤੇ ਗਏ ਨਾਮ ਦੀ ਵੱਡੀ ਵਡਿਆਈ ਹੈ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਸੱਚੇ ਸਤਿਗੁਰ ਕਿਰਪਾ ਕਰ, ਰਹਿਮਤ ਕਰਨ, ਆਪ ਜੀ ਦੇ ਦਰ ਦੇ ਨਾਲ ਸੰਗਤਾਂ ਨੂੰ ਤੇ ਇਸ ਦਾਸਰੇ ਨੂੰ ਜੋੜੀ ਰੱਖਣ। ਦੇਹੋ ਸੱਜਣ ਆਸੀਸਰੀਆ, ਜੋ ਹੋਵੇ ਸਾਹਿਬ ਸਿਉ ਮੇਲ। ਮਨ ਤਨ ਨਿਰਮਲ